ਜਿਹੜੇ ਭਾਰਤ ਦੀ ਆਜ਼ਾਦੀ ਦੇ ਲਈ ਫਾਂਸੀਆਂ ਤੇ ਚੜ੍ਹ ਗਏ, ਜਿਹੜੇ ਮਾਰੇ ਗਏ ਉਦੋਂ, ਕੀ ਤੁਸੀਂ ਵੀ ਉਹਨਾਂ ਨੂੰ ਵੀ ਸ਼ਹੀਦ ਮੰਨਦੇ ਹੋ? ਨਹੀਂ। ਪਰ ਕੀ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਬਿਆਨ ਨੂੰ ਕੌਮ ਦਾ ਬਿਆਨ ਮੰਨਦੇ ਹੋ ਤੁਸੀਂ ਪੂਰੀ ਦਾ? ਭਗਤ ਸਿੰਘ ਨੂੰ ਜੇ ਸਿੱਖ ਪੰਥ ਜਾਂ ਸਿੱਖ ਕੌਮ ਸ਼ਹੀਦ ਨਹੀਂ ਮੰਨਦੀ, ਅੱਤਵਾਦੀ ਕਹਿਣਾ ਵੀ ਗਲਤ ਆ। ਤੁਹਾਨੂੰ ਲੱਗਦਾ ਕਿ ਅੱਜ ਜਿਹੜੀ ਦੇਸ਼ ਦੀ ਗੱਲ ਹੈ, ਭਾਰਤ ਮਾਤਾ ਕੀ ਜੈ ਔਰ ਮੁਲਕ ਦੀ ਅਸੀਂ ਗੱਲ ਕਰਦੇ ਹਾਂ, ਭਗਤ ਸਿੰਘ ਉਸ ਵਾਸਤੇ ਫਾਂਸੀ ਚੜਿਆ? ਹਾਂਜੀ ਬਿਲਕੁਲ। ਜੇ ਉਹਨੂੰ ਬ੍ਰਿਟਿਸ਼ ਅੱਤਵਾਦੀ ਮੰਨਦਾ ਤੇ ਇਹ ਸਾਨੂੰ ਅੱਤਵਾਦੀ ਮੰਨਦੇ ਨੇ, ਤੇ ਜੇ ਇਹਨਾਂ ਲਈ ਭਗਤ ਸਿੰਘ ਸ਼ਹੀਦ ਆ ਤੇ ਫਿਰ ਅਸੀਂ ਕਿੱਥੇ ਆ? ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਨਹੀਂ ਮੰਨ ਰਹੇ, ਪਰ ਤੁਹਾਨੂੰ ਇਹ ਵੀ ਦਿੱਕਤ ਹੈ ਕਿ ਭਗਤ ਸਿੰਘ ਨੂੰ ਜਿਸ ਤਰੀਕੇ ਨਾਲ ਨਾਇਕ ਬਣਾ ਕੇ ਦੇਸ਼ 'ਚ ਪੇਸ਼ ਕੀਤਾ ਗਿਆ, ਉਹ ਵੀ ਉਹਦੇ ਨਾਲ ਵੀ ਸਹਿਮਤ ਨਹੀਂ ਹੋ? ਮੈਂ 100% ਇਸ ਗੱਲ ਨਾਲ ਸਹਿਮਤ ਨਹੀਂ। ਕੀ ਭਗਤ ਸਿੰਘ ਤੋਂ ਵੱਡਾ ਨਾਇਕ ਸੀਗਾ ਆਜ਼ਾਦੀ ਦੀ ਲੜਾਈ ਦੇ ਵਿੱਚ? ਇੱਕ ਨਹੀਂ, ਸੈਂਕੜੇ ਮੈਂ ਗਿਣਾ ਸਕਣਾ, ਸੈਂਕੜੇ। ਸਾਈਮਨ ਕਮਿਸ਼ਨ ਨੂੰ ਲੈ ਕੇ ਜਾਂ ਉਹਨਾਂ ਗੱਲਾਂ ਨੂੰ ਲੈ ਕੇ ਜਿਹੜੀ ਭਗਤ ਸਿੰਘ ਦੀ ਸੋਚ ਸੀ, ਉਹ ਅੱਜ ਵੀ ਇਹਨਾਂ ਨੂੰ ਸੂਟ ਕਰਦੀ ਹੈ। ਸਰਾਬੇ ਵਾਲੀ ਸੋਚ ਇਹਨਾਂ ਨੂੰ ਸੂਟ ਨਹੀਂ ਕਰਦੀ। ਇਹ ਉਹਨਾਂ ਬੰਦਿਆਂ ਨੂੰ ਮੈਡਲ ਦਿੰਦੇ ਨੇ ਜਿਹੜੇ ਬੰਦਿਆਂ ਨੇ ਨਕਸਲਾਈਟ ਦੇ ਨਾਂ ਦੇ ਥੱਲੇ ਇੱਕ ਬੀਬੀ ਨੂੰ ਅਰੈਸਟ ਕਰਕੇ ਉਹਦੇ ਗੁਪਤ ਅੰਗਾਂ ਦੇ ਵਿੱਚ ਪੱਥਰ ਤੱਕ ਤੁੰਨ ਦਿੱਤੇ। BBC ਦੀ ਰਿਪੋਰਟ ਆ, ਔਰ ਮੈਂ ਦਾਅਵੇ ਨਾਲ ਇਹ ਗੱਲ ਕਹਿ ਰਿਹਾ, ਮੈਂ ਕੋਲੋਂ ਨਹੀਂ ਬਣਾ ਰਿਹਾ। ਉਹਨਾਂ ਦੀਆਂ ਛਾਤੀਆਂ ਨੂੰ ਫੜ ਕੇ ਵਿੱਚੋਂ ਦੁੱਧ ਕੱਢ ਕੇ ਨਿਚੋੜ ਕੇ ਵਿੰਦੇ ਨੇ ਵੀ ਇਹ ਕੁੜੀ ਵਿਆਹੀ ਆ ਕਿ ਕੁਵਾਰੀ ਆ। ਇਹ ਹੈ ਅਖੰਡ ਭਾਰਤ ਤੇ ਇਹ ਇਹਨਾਂ ਦਾ ਝੂਠਾ ਰਾਸ਼ਟਰਵਾਦ ਆ। ਖਾਲਸਾ ਰਾਜ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਸੈਪਰੇਟ ਸਟੇਟ ਹੈ। ਭਗਤ ਸਿੰਘ ਤਾਂ ਆ ਗਿਆ ਆ, ਸਰਾਬੇ ਨੂੰ ਕਿੱਥੇ ਛੱਡ ਕੇ ਆਏ ਹੋ? ਕਿਹੜੀ ਮਿੱਟੀ ਥੱਲੇ ਦਫਨ ਕਰਕੇ ਆਏ ਹੋ ਉਹਨਾਂ ਸ਼ਹੀਦਾਂ ਨੂੰ? ਇਹ ਸਵਾਲ ਸੀਗਾ। ਜਦੋਂ ਵੀ ਕਿਤੇ ਸਾਡੇ ਖਾਲਸਾ ਰਾਜ ਦੀ ਗੱਲ ਹੁੰਦੀ ਆ, ਅਸੀਂ ਕਦੀ ਉਹਦੀ ਉਲਟੀ ਦਿਸ਼ਾ 'ਚ ਕਦੀ ਸਟੈਂਡ ਨਹੀਂ ਲਿਆ ਹੈਗਾ। ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਸਾਡੇ ਵੱਡਿਆਂ ਦੇ ਨਾਲ, ਉਸ ਸਟੇਟ ਨੇ ਨਹੀਂ ਪੂਰੇ ਕੀਤੇ। ਇਹੀ ਗੱਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਨੇ ਕਹੀ ਸੀ। ਪਰ ਉਹ ਵਾਅਦੇ ਇਕੱਲੇ ਕੌਮੀ ਵਾਅਦੇ ਕਿਉਂ ਬਣੇ? ਕੀ ਪੂਰੇ ਪੰਜਾਬ ਨੂੰ ਸਮੁੱਚਤਾ ਦੇ ਵਿੱਚ ਉਹਨਾਂ ਵਾਅਦਿਆਂ ਲਈ ਨਹੀਂ ਅਕਾਊਂਟੇਬਲ ਹੋਣਾ ਚਾਹੀਦਾ ਸੀਗਾ? ਕਿ ਅਸੀਂ ਕਦੀ ਕਿਹਾ ਆ ਵੀ ਹਿੰਦੂ ਭਾਈਚਾਰਾ ਸਾਡਾ ਸਾਥ ਨਾ ਦੇਵੇ? ਸਾਡੇ ਤੇ ਇਹ ਗੱਲ ਥੋਪੀ ਜਾਂਦੀ ਹੈ ਵੀ ਇਹ ਸਿੱਖ ਤਾਂ ਸਿੱਖ ਹੀ ਅੱਗ ਲਾਉਂਦੇ ਨੇ ਸਾਰੀ। ਤੁਸੀਂ ਕਹਿੰਦੇ ਹੋ ਆਜ਼ਾਦੀ ਆਜ਼ਾਦੀ, ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ, ਜਿਹੜੇ ਇਹਦੇ ਲਈ ਸਭ ਤੋਂ ਵੱਧ ਜਿਨ੍ਹਾਂ ਨੇ ਫਾਂਸੀਆਂ ਝੂਟੀਆਂ, ਜਿਹੜੇ ਆਪਣੇ ਨਾਲ ਬੰਬ ਬਣ ਕੇ ਤੂੰਬਾ ਹੋ ਗਏ, ਉਹ ਕਿੱਥੇ ਨੇ ਅੱਜ? ਸਟੇਟ ਦਾ ਤਾਂ ਸਟੈਂਡ ਹਮੇਸ਼ਾ ਉਹੀ ਰਿਹਾ ਨਾ, ਚਾਹੇ ਉਹ ਹਥਿਆਰਬੰਦ ਲਹਿਰ ਵੇਲੇ ਤੁਹਾਨੂੰ ਲੈ ਕੇ ਰਿਹਾ ਹੋਵੇ, ਚਾਹੇ ਉਹ ਅੱਜ ਰਿਹਾ ਹੋਵੇ। ਇਹ ਰਾਸ਼ਟਰਵਾਦ ਹੈ ਜਿੱਥੇ ਇਹਨਾਂ ਦੇ ਪੁਲਿਸ ਅਫਸਰ ਵਰਦੀ ਪਾ ਕੇ ਕਹਿਣ ਵੀ ਇਹ ਝੋਟੀਆਂ ਤੁਰੀਆਂ ਜਾਂਦੀਆਂ ਨੇ ਤੇ ਸਾਹਣ ਕਿੰਨੇ ਨੇ ਨਾਲ। ਇਹ ਪੋਸੀਬਲ ਹੈ ਸਾਡੇ ਸਟੇਟ ਦੇ ਵਿੱਚ ਕਿ ਜਦੋਂ ਕੋਈ ਖਾਸ ਤੌਰ ਤੇ ਲਹਿਰ ਦੇ ਨਾਲ, ਉਹ ਵੀ ਹਥਿਆਰਬੰਦ ਲਹਿਰ ਦੇ ਨਾਲ ਜੁੜਿਆ ਹੋਵੇ, ਉਹਦੀ ਵਾਪਸੀ ਦਾ ਰਾਹ ਹੈ ਇੱਥੇ? ਨਹੀਂ। ਪਹਿਲੀ ਤਾਂ ਇਹ ਹੈ ਕਿ ਜਿਹੜੀ ਮੂਵਮੈਂਟ ਹੁੰਦੀ ਹੈ ਜਾਂ ਜਿਹੜੀਆਂ ਲਹਿਰਾਂ ਹੁੰਦੀਆਂ ਨੇ, ਜੇ ਤਾਂ ਅਸੀਂ ਹਥਿਆਰ ਛੱਡ ਕੇ ਤੇ ਸਟੇਟ ਦੇ ਅੱਗੇ ਲਿਖਤੀ ਰੂਪ 'ਚ ਆਈਏ ਕਿ ਅਸੀਂ ਉਹ ਲਾਈਨ ਨੂੰ ਛੱਡ ਕੇ ਤਾਂ ਅਸੀਂ ਇਸ ਲਾਈਨ ਦੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਤੇ ਸਾਨੂੰ ਸਾਡੀਆਂ ਆਹ ਲੋੜਾਂ ਨੇ, ਆਹ ਸਾਡਾ ਡੈਮੇਜ ਹੋ ਗਿਆ, ਆਹ ਸਾਨੂੰ ਚੀਜ਼ਾਂ ਚਾਹੀਦੀਆਂ ਨੇ, ਤੇ ਸਰਕਾਰ ਦੀ ਜਿਹੜੀ ਨੀਤੀ ਆ, ਉਹ ਆਪਾਂ ਅੱਗੇ ਜਾ ਕੇ ਗੱਲ ਵੀ ਕਰਾਂਗੇ ਕਿ ਰਾਸ਼ਟਰਵਾਦ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਕਿ ਉਸ ਰਾਸ਼ਟਰਵਾਦ ਦੇ ਤਰੀਕੇ ਦੇ ਨਾਲ ਉਹਨਾਂ ਦੀ ਇੱਕ ਮੁੱਖ ਧਾਰਾ ਹੈ। ਹੁਣ ਜੇ ਅਸੀਂ ਉਹਨੂੰ ਮੁੱਖ ਧਾਰਾ ਸਮਝਦੇ ਹਾਂ ਤੇ ਫਿਰ ਸਾਡੇ ਜਿਹੜੇ ਸ਼ਹੀਦ ਨੇ ਜਾਂ ਜਿੰਨੇ ਵੀ ਲੋਕ ਆਪਣੇ ਹੱਕਾਂ ਲਈ ਲੜੇ ਨੇ, ਉਹਨਾਂ ਸਾਰਿਆਂ ਨੂੰ ਇੱਕ ਗਾਲ ਦੇ ਬਰਾਬਰ ਹੈ। ਇਹ ਬਹੁਤ ਵੱਡੀ ਗੱਲ ਹੈ। ਅਸੀਂ ਫੜੇ ਗਏ ਅਸੀਂ ਟਾਰਚਰ ਹੋਏ, ਸਾਡੇ ਘਰ-ਬਾਰ ਤਬਾਹ ਹੋਏ, ਤਾਂ ਸਾਨੂੰ ਫੜ ਕੇ ਜੇਲ੍ਹਾਂ 'ਚ ਦਿੱਤਾ ਗਿਆ ਤੇ ਇਸ ਕਾਨੂੰਨ ਦੇ ਮੁਤਾਬਕ, ਜਿਹੜਾ ਇਹਨਾਂ ਦਾ ਕਾਨੂੰਨ ਆ, ਉਸ ਕਾਨੂੰਨ ਦੇ ਮੁਤਾਬਕ ਸਾਨੂੰ ਸਜ਼ਾਵਾਂ ਹੋਈਆਂ ਤੇ ਇਹਨਾਂ ਦੇ ਕਾਨੂੰਨ ਮੁਤਾਬਕ ਹੀ ਸਾਡੀਆਂ ਬੇਲਾਂ ਹੋਈਆਂ ਤੇ ਅਸੀਂ ਲੰਮਾ ਸਮਾਂ ਜੇਲ੍ਹਾਂ 'ਚੋਂ ਕੱਟ ਕੇ, ਕੋਈ ਸਾਡੇ ਅਜੇ ਵੀ ਬੰਦੇ ਅੰਦਰ ਨੇ ਤੇ ਅਸੀਂ ਉਹਨਾਂ ਜੇਲ੍ਹਾਂ 'ਚੋਂ ਰਿਹਾ ਹੋਏ ਹਾਂ। ਅਸੀਂ ਆਪਣੀ ਧਾਰਾ ਜਿਹੜੀ ਆ ਉਹ ਛੱਡੀ ਨਹੀਂ,
ਤੇ ਨਾ ਹੀ ਅਸੀਂ ਕਦੀ ਛੱਡਾਂਗੇ। ਅਸੀਂ ਜਿਹੜਾ ਬੰਦਾ ਵੀ ਇਸ ਧਾਰਾ ਨੂੰ ਕਹੂਗਾ ਕਿ ਮੈਂ ਹੁਣ ਮੁੱਖ ਧਾਰਾ 'ਚ ਆ ਗਿਆ, ਤੇ ਸਮਝ ਲਓ ਫਿਰ ਇਹ ਗੱਲ ਕਹਿਣੀ ਪਊਗੀ ਕਿ ਜਿਹੜੇ 'ਚ ਤੁਸੀਂ ਪਹਿਲਾਂ ਵਹਿ ਰਹੇ ਸੀ ਉਹ ਧਾਰਾ ਗਲਤ ਸੀਗੀ, ਤੁਸੀਂ ਹੁਣ ਸਹੀ ਹੋ। ਪਰ ਇਹ ਗੱਲ ਮੈਂ ਤਾਂ ਮਰ ਵੀ ਜਾਵਾਂ, ਇਹ ਗੱਲ ਕਦੀ ਨਹੀਂ ਕਹੂੰਗਾ ਕਿ ਮੇਰੀ ਉਹ ਧਾਰਾ ਕੀ ਆਈ। ਫਿਰ ਤਬਦੀਲੀ ਕੀ ਹੁੰਦੀ ਹੈ ਜਦੋਂ ਤੁਸੀਂ ਹਥਿਆਰ ਚੁੱਕਿਆ, ਜੇਲਾਂ ਵੀ ਕੱਟੀਆਂ, ਔਰ ਹੁਣ ਜਦੋਂ ਇਹ ਗੱਲ ਕਹਿ ਦਿੰਨੇ ਆ ਕਿ ਇੱਕ ਆਮ ਜੀਵਨ ਜੀ ਰਹੇ ਆ, ਤਾਂ ਫਿਰ ਉਹ ਤਬਦੀਲੀ ਕੀ ਹੈ? ਫਿਰ ਉਹ ਆਮ ਜੀਵਨ ਕੀ ਹੈ? ਨਹੀਂ, ਉਹ ਮੈਂ ਤੁਹਾਨੂੰ ਦੱਸਦਾ, ਅਸੀਂ ਆਮ ਜੀਵਨ ਜਿਹੜਾ ਆ ਉਹ ਤੁਸੀਂ ਜਿਹੜੀ ਮੁੱਖ ਧਾਰਾ ਦੀ ਗੱਲ, ਅਸੀਂ ਮੁੱਖ ਧਾਰਾ 'ਚ ਆ ਕੇ ਜ਼ਿੰਦਗੀ ਨਹੀਂ ਬਤੀਤ ਕਰ ਰਹੇ। ਅਸੀਂ ਤਾਂ ਆਪਣੇ ਖਾਲਸਾ ਪੰਥ ਦੀਆਂ ਰਹੁ ਰੀਤਾਂ ਤੇ ਉਸੇ ਲਾਈਨ ਦੇ ਉੱਤੇ ਜਦੋਂ ਵੀ ਕਿਤੇ ਸਾਡੇ ਖਾਲਸਾ ਰਾਜ ਦੀ ਗੱਲ ਹੁੰਦੀ ਆ, ਅਸੀਂ ਕਦੀ ਉਹਦੀ ਉਲਟੀ ਦਿਸ਼ਾ 'ਚ ਕਦੀ ਸਟੈਂਡ ਨਹੀਂ ਲਿਆ ਹੈਗਾ। ਔਰ ਜਦੋਂ ਵੀ ਕੋਈ ਕਿਤੇ ਹੱਕਾਂ ਦੀ ਗੱਲ ਹੁੰਦੀ ਹੈ, ਚਾਹੇ ਉਹ ਕਿਸਾਨ ਮੋਰਚੇ ਦੀ ਹੀ ਕਿਉਂ ਨਾ ਹੋਵੇ, ਤੇ ਸਾਡੇ ਵੱਲੋਂ ਸਟੇਟ ਦੇ ਲਏ ਫੈਸਲੇ ਜਿਹੜੇ ਗਲਤ ਫੈਸਲੇ ਨੇ, ਅਸੀਂ ਉਹਨਾਂ ਦੇ ਦੂਜੇ ਪਾਸੇ ਜਾ ਕੇ ਖੜੇ ਹਾਂ। ਕਿਉਂਕਿ ਇਹ ਤਾਂ ਹੁਣ ਸਟੇਟ ਨੇ ਦੇਖਣਾ ਹੈ। ਅਸੀਂ ਆਪਣੇ ਇਸ ਸਮੇਂ ਜਿਹੜੀ ਹਥਿਆਰਬੰਦ ਸਟਰਗਲ ਸੀ ਉਹ ਸਾਡੀ ਕੌਮ ਹੁਣ ਨਹੀਂ ਕਰ ਰਹੀ। ਬੇਸ਼ੱਕ ਇੱਕਾ ਦੁਆ ਘਟਨਾਵਾਂ ਲਹਿਰਾਂ 'ਚ ਚੱਲਦੀਆਂ ਰਹਿੰਦੀਆਂ ਨੇ, ਪਰ ਮੋਟੇ ਤੌਰ 'ਤੇ ਅਸੀਂ ਉਹ ਸੰਘਰਸ਼ ਹੁਣ ਨਹੀਂ ਲੜ ਰਹੇ। ਤੇ ਜਿਹੜੇ ਸੰਘਰਸ਼ ਹੁਣ ਲੜੇ ਜਾ ਰਹੇ ਨੇ, ਚਾਹੇ ਉਹ ਪੋਲੀਟੀਕਲ ਤੌਰ 'ਤੇ, ਚਾਹੇ ਉਹ ਜਿਵੇਂ ਦੀਪ ਸਿੱਧੂ ਆਇਆ ਸੀ, ਜਾਂ ਇਹ ਲੋਕ ਜਿੰਨੇ ਵੀ ਜਿਹੜੇ ਸਾਡੇ ਪੰਥ ਦੇ, ਗੁਰੂ ਦੇ, ਸਾਡੇ ਸਿਧਾਂਤ ਦੇ ਜਿਹੜੇ ਮੁੱਦੇ ਨੇ, ਅਸੀਂ ਉਹਨਾਂ ਲੋਕਾਂ ਦੇ ਸਦਾ ਨਾਲ ਹਿੱਕ ਡਾਹ ਕੇ ਖੜੇ ਹਾਂ। ਅਸੀਂ ਕਦੀ ਵੀ ਸਟੇਟ ਵਾਲੇ ਪਾਸੇ ਨਹੀਂ ਖੜੇ। ਇਸ ਬਦਲਾਅ ਦੇ ਵਹਿਣ ਨੂੰ ਕੌਣ ਤੈਅ ਕਰਦਾ ਹੈ? ਹਥਿਆਰਬੰਦ ਲਹਿਰ ਹੈ, ਹੁਣ ਤੁਸੀਂ ਕਹਿ ਰਹੇ ਹੋ ਕਿ ਭਾਵੇਂ ਹਥਿਆਰਬੰਦ ਲਹਿਰ ਨਹੀਂ ਹੈ ਪਰ ਤੁਸੀਂ ਚੱਲ ਉਸੇ ਰਾਹ ਤੇ ਰਹੇ ਹੋ, ਤਾਂ ਫਿਰ ਇਸ ਵਹਿਣ ਨੂੰ ਤੈਅ ਕੌਣ, ਕਿਵੇਂ ਕਰਦੇ ਹੋ ਤੁਸੀਂ? ਨਹੀਂ, ਅਸੀਂ ਨਹੀਂ ਤੈਅ ਕਰਨਾ, ਸਟੇਟ ਨੇ ਤੈਅ ਕਰਨਾ ਹੈ। ਇਹ ਸਟੇਟ ਨੇ ਹੀ ਤੈਅ ਕੀਤਾ ਸੀ। ਸਟੇਟ ਦਾ ਤਾਂ ਸਟੈਂਡ ਹਮੇਸ਼ਾ ਉਹੀ ਰਿਹਾ ਨਾ, ਚਾਹੇ ਉਹ ਹਥਿਆਰਬੰਦ ਲਹਿਰ ਵੇਲੇ ਤੁਹਾਨੂੰ ਲੈ ਕੇ ਰਿਹਾ ਹੋਵੇ, ਚਾਹੇ ਉਹ ਅੱਜ ਰਿਹਾ ਹੋਵੇ। ਤੇ ਫਿਰ ਸਟੇਟ ਨੇ, ਦੇਖੋ ਤੁਸੀਂ ਇੱਕ ਗੱਲ, ਸਾਡਾ ਫਲਸਫਾ ਦੁਨੀਆ ਦੀਆਂ ਇੱਕ ਨਹੀਂ ਹਜ਼ਾਰਾਂ ਸਟੇਟਾਂ ਤੋਂ ਉੱਤੇ ਆ, ਬਿਹਤਰ ਆ। ਜੇ ਸਟੇਟ ਇੱਕ ਸਟੇਟ ਦੇ ਫਲਸਫੇ ਨੂੰ ਨਹੀਂ ਛੱਡ ਰਹੀ, ਤਾਂ ਉਹ ਲੋਕ ਆਪਣਾ ਫਲਸਫਾ ਕਿਵੇਂ ਛੱਡ ਦੇਣ? ਅਸੀਂ ਆਪਣਾ ਰਾਹ ਕਿਵੇਂ ਛੱਡ ਦਈਏ? ਅਸੀਂ ਤਾਂ ਹੱਕਾਂ ਲਈ ਲੜੇ ਹਾਂ। ਔਰ ਇਹਦੇ ਵਿੱਚ ਇਕੱਲਾ ਇਹ ਨਹੀਂ ਕਿ ਅਸੀਂ ਕਿਸੇ ਇੱਕ ਧਰਮ ਨੂੰ ਲੈ ਕੇ ਜਾਂ ਇੱਕ ਫਿਰਕੇ ਨੂੰ ਲੈ ਕੇ ਲੜੇ ਹਾਂ। ਬਹੁਤ ਕੁਛ ਜਿਹੜਾ ਆ ਉਹ ਸਾਰਿਆਂ ਦਾ ਸਾਂਝਾ ਆ, ਜਿਹਦੇ ਲਈ ਅਸੀਂ ਲੜ ਰਹੇ ਹਾਂ। ਔਰ ਲੜਦੇ, ਜੇ ਹੁਣ ਅੱਜ ਆਪਾਂ ਕਿਸਾਨਾਂ ਦੀ ਵੀ ਗੱਲ ਕਰੀਏ, ਫਸਲਾਂ ਦੀ ਵੀ ਗੱਲ ਹੋਈ ਆ, ਤਾਂ ਉਹ ਤਾਂ ਸਾਰੇ ਹੀ ਢਿੱਡ ਭਰਦੇ ਨੇ, ਤਾਂ ਉਹਦੇ ਲਈ ਵੀ ਅਸੀਂ ਜਾ ਕੇ ਖੜੇ ਹਾਂ। ਜੇ ਪਾਣੀਆਂ ਦੀ ਗੱਲ ਪਿੱਛੇ ਜੰਗ ਸ਼ੁਰੂ ਹੁੰਦੀ ਹੈ, ਤਾਂ ਪਾਣੀ ਤਾਂ ਸਾਰਿਆਂ ਨੇ ਪੀਣਾ ਆ। ਤਾਂ ਇਹ ਗੱਲ ਸਦਾ ਹੀ ਕਹੀ ਜਾਂਦੀ ਆ ਕਿ ਜਦੋਂ ਤੁਸੀਂ ਘਰ ਦੇ ਵਿੱਚ ਵੀ, ਅਸੀਂ ਹੁਣ ਸਟੇਟ ਦੇ ਵਿੱਚ ਆ, ਜੇ ਤੁਹਾਨੂੰ ਤੁਹਾਡਾ ਫਾਦਰ ਵੀ ਜਿਹੜਾ ਆ ਉਹ ਤੁਹਾਡੇ ਵਿੱਚੋਂ ਬਣਦੇ ਤੁਹਾਡੇ ਹੱਕ ਤੁਹਾਨੂੰ ਨਾ ਦੇਵੇ, ਤਾਂ ਤੁਸੀਂ ਆਪਣੇ ਪਿਓ ਦੇ ਖਿਲਾਫ ਹੀ ਬਗਾਵਤ ਕਰ ਦਿੰਦੇ ਹੋ। ਸੋ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਸਾਡੇ ਵੱਡਿਆਂ ਦੇ ਨਾਲ, ਉਹ ਇਸ ਸਟੇਟ ਨੇ ਨਹੀਂ ਪੂਰੇ ਕੀਤੇ। ਇਹੀ ਗੱਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਨੇ ਕਹੀ ਸੀ ਕਿ ਸਾਡੇ ਨਾਲ ਤੁਸੀਂ ਧਰੋਹ ਕੀਤਾ ਹੈ, ਝੂਠ ਬੋਲਿਆ। ਸਾਡੇ ਜਿਹੜੇ IAS ਆਫੀਸਰ ਸੀਗੇ, ਉਹਨਾਂ ਨੇ ਬੁੱਕਾਂ ਤੱਕ ਲਿਖੀਆਂ। ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਲਿਖੀ, ਤੁਸੀਂ ਪੜ੍ਹ ਕੇ ਦੇਖੋ ਜਾਂ ਸਾਡਾ ਇਤਿਹਾਸ ਪੜ੍ਹ ਕੇ ਵੇਖੋ ਕਿ ਇਹਦੇ ਲਈ ਅਸੀਂ ਜਦੋਜਹਿਦ ਕਿੰਨੀ ਕੀਤੀ ਆ, ਪੰਜਾਬ ਦੇ ਕਿਵੇਂ ਟੁਕੜੇ ਕੀਤੇ ਗਏ ਨੇ। ਅਸਲ ਵੰਡ ਜਿਹੜੀ ਆ ਉਹ ਇਸ ਕੰਟਰੀ ਦੀ ਵੰਡ ਨਹੀਂ ਹੋਈ, ਪੰਜਾਬ ਦੀ ਵੰਡ ਹੋਈ ਆ। ਤਾਂ ਸਭ ਤੋਂ ਵੱਡਾ ਜਿਹੜਾ ਨੁਕਸਾਨ ਸੀ ਉਹ ਅਸੀਂ ਝੱਲਿਆ ਆ। ਤਾਂ ਇਸ ਕਰਕੇ ਅਸੀਂ ਤਾਂ ਅੱਜ ਵੀ ਉਸੇ ਸਟੈਂਡ 'ਤੇ ਖੜੇ ਹਾਂ ਕਿ ਸਾਡੇ ਜਿਹੜੇ ਹੱਕ ਨੇ, ਸਾਡੇ ਜਿਹੜੇ ਨਾਲ ਵਾਅਦੇ ਕੀਤੇ ਸਨ, ਤੁਸੀਂ ਉਹ ਤੋਂ ਭੱਜ ਗਏ ਹੋ। ਉਹਦੇ ਵਿੱਚੋਂ ਹੀ ਸਾਰੇ ਖਿਲਾਫ ਪੈਦਾ ਹੋਏ ਨੇ, ਉਹ 'ਚੋਂ ਹੀ ਉਹ ਮੂਵਮੈਂਟ ਨਿਕਲੀ, ਉਹਦੇ 'ਚੋਂ ਹੀ ਸਾਰਾ ਕੁਝ ਨਿਕਲਿਆ। ਇਸ ਤਰ੍ਹਾਂ ਤੇ ਹੈ ਨਹੀਂ ਸੀ ਵੀ। ਪਰ ਉਹ ਵਾਅਦੇ ਇਕੱਲੇ ਕੌਮੀ ਵਾਅਦੇ ਕਿਉਂ ਬਣੇ? ਕੀ ਪੂਰੇ ਪੰਜਾਬ ਨੂੰ ਸਮੁੱਚਤਾ ਦੇ ਵਿੱਚ ਉਹਨਾਂ ਵਾਅਦਿਆਂ ਲਈ ਨਹੀਂ ਅਕਾਊਂਟੇਬਲ ਹੋਣਾ ਚਾਹੀਦਾ ਸੀਗਾ? ਕਿ ਬਾਕੀ ਕੌਮਾਂ ਜਿਹੜੀਆਂ ਪੰਜਾਬ 'ਚ ਵਸ ਰਹੀਆਂ ਹੈ, ਫਸਲਾਂ ਤਾਂ ਉਹਨਾਂ ਵਾਸਤੇ ਵੀ ਓਨੀਆਂ, ਪਾਣੀ ਵੀ ਉਹਨਾਂ ਦਾ ਓਨਾ ਹੈ। ਜੇ ਪੰਜਾਬ ਨੂੰ ਫਾਈਨੈਂਸ਼ੀਅਲ ਤੌਰ ਤੇ ਪਾਣੀ ਸਟਰੋਂਗ ਬਣਾਉਣਗੇ, ਤਾਂ ਉਹ ਹਿੰਦੂ ਨੂੰ, ਜੈਨੀ ਨੂੰ, ਬੋਧੀ ਨੂੰ ਵੀ ਓਨਾ ਹੀ ਬਣਾਉਣਗੇ। ਫਿਰ ਇਹਨਾਂ ਸਾਰੇ ਮੁੱਦਿਆਂ ਨੂੰ, ਚਾਹੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਪਹਿਲਾਂ ਤੋਂ ਲੜਾਈ ਚੱਲਦੀ ਹੋਵੇ, ਸਿਰਫ ਕੌਮ ਦੇ ਨਾਲ ਐਸੋਸੀਏਟ ਕਿਉਂ ਕੀਤਾ ਗਿਆ? ਮੈਂ ਤੁਹਾਨੂੰ ਦੱਸਦਾ, ਤੁਸੀਂ ਇੱਕ ਗੱਲ ਦੇਖੋ ਕਿ ਤੁਸੀਂ ਪਿਛਲੇ ਦਿਨ ਹੀ ਦੇਖਿਆ ਹੋਣਾ, ਸਰਦਾਰ ਸਿਮਰਜੀਤ ਸਿੰਘ ਮਾਨ ਹੁਣੀ ਪਾਰਲੀਮੈਂਟ ਦੇ ਇਲੈਕਸ਼ਨ ਜਿੱਤ ਗਏ, ਉਹ ਇੱਕ MP ਬਣ ਗਏ। ਤਾਂ ਉਹਦੇ ਉੱਤੇ ਵੀ ਨੈਸ਼ਨਲ ਮੀਡੀਆ ਨੇ ਇਹ ਕਿਹਾ ਵੀ ਇੱਕ ਵੱਖਰੀ ਵਿਚਾਰਧਾਰਾ ਦਾ ਬੰਦਾ, ਇਸ ਬੰਦੇ ਦੇ ਜਿੱਤਣ ਨਾਲ ਤਾਂ ਬਹੁਤ ਖਤਰਨਾਕ ਸਿਚੁਏਸ਼ਨ ਪੈਦਾ ਹੋ ਸਕਦੀ ਹੈ। ਦੇਖੋ ਤੁਸੀਂ ਇਸ ਚੀਜ਼ ਨੂੰ ਵੀ ਇਹੀ ਅੱਗੇ ਲੈ ਕੇ ਆਉਂਦੇ ਨੇ। ਅਸੀਂ ਕਦੀ ਕਿਹਾ ਆ ਵੀ ਹਿੰਦੂ ਭਾਈਚਾਰਾ ਸਾਡਾ ਸਾਥ ਨਾ ਦੇਵੇ, ਜਾਂ ਇੱਥੋਂ ਦੇ ਜਿੰਨੇ ਵੀ ਆ ਜਿਹੜੀਆਂ ਕੌਮਾਂ ਨੇ, ਧਰਮ ਨੇ, ਜਾਤੀ ਨੇ, ਜਾਂ ਜਿੰਨੇ ਵੀ ਆਪਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ, ਜਿੰਨੇ ਵੀ ਲੋਕ ਪੰਜਾਬ ਦੇ ਵਸਿੰਦੇ ਨੇ, ਅਸੀਂ ਕਦੀ ਕਿਹਾ ਆ ਵੀ ਤੁਸੀਂ ਸਾਡੇ ਵਿੱਚ ਨਾ ਆਓ? ਜਦ ਪੰਜਾਬ ਦੀ ਮਰਦਮਸ਼ੁਮਾਰੀ ਹੁੰਦੀ ਆ ਪੰਜਾਬੀ ਨੂੰ ਲੈ ਕੇ, ਤਾਂ ਤੁਸੀਂ ਦੱਸੋ ਸਾਡੇ ਤੇ ਇਹ ਗੱਲ ਥੋਪੀ ਜਾਂਦੀ ਹੈ ਵੀ ਇਹ ਸਿੱਖ ਹੀ ਅੱਗ ਲਾਉਂਦੇ ਨੇ ਸਾਰੀ। ਜਦੋਂ ਕਿ ਤੁਸੀਂ ਸਿਆਣੇ ਹੋ, ਪਾਣੀ ਦੀ ਲੋੜ ਹੈ ਨਾ ਆਪਾਂ ਨੂੰ, ਤੇ ਮੋਰਚਾ ਤੇ ਸਭ ਤੋਂ ਪਹਿਲਾਂ ਪਾਣੀ 'ਤੇ ਹੀ ਲੱਗਦਾ ਹੈ। ਕਪੂਰੀ ਜਿਹੜਾ ਸਭ ਤੋਂ ਪਹਿਲਾਂ ਪਾਣੀ 'ਤੇ ਮੋਰਚਾ ਲੱਗਦਾ, ਔਰ ਸਾਂਝਾ ਮੋਰਚਾ ਸੀਗਾ।
ਤਾਂ ਉਸ ਮੋਰਚੇ ਦੇ ਵਿੱਚ ਤੁਸੀਂ ਆਪਾਂ ਪਿੱਛੋਂ ਹੀ ਲੈ ਲਈਏ, ਜਦੋਂ ਪੰਜਾਬ ਦੀ ਵੰਡ ਵੀ ਹੋਈ ਆ, ਅੰਗਰੇਜ਼ਾਂ ਨਾਲ ਵੀ ਜੰਗ ਹੁੰਦੀ ਆ, ਉੱਥੇ ਤੁਸੀਂ ਜੇ ਹੁਣ ਉਹਨਾਂ ਨੂੰ ਸਵਾਲ ਕਰੋ ਕਿ ਤੁਸੀਂ ਕਹਿੰਦੇ ਹੋ ਆਜ਼ਾਦੀ, ਆਜ਼ਾਦੀ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ, ਜਿਹੜੇ ਇਹਦੇ ਲਈ ਸਭ ਤੋਂ ਵੱਧ ਜਿਨ੍ਹਾਂ ਨੇ ਫਾਂਸੀਆਂ ਝੂਟੀਆਂ, ਜਿਹੜੇ ਆਪਣੇ ਨਾਲ ਬੰਬ ਬਣ ਕੇ ਤੂੰਬਾ ਤੂੰਬਾ ਹੋ ਗਏ, ਉਹ ਕਿੱਥੇ ਨੇ ਅੱਜ? ਉਹ ਕਿਉਂ ਨਜ਼ਰ ਨਹੀਂ ਆਉਂਦੇ? ਕਿਉਂ ਥੋੜ੍ਹੇ ਜਿਹੇ ਬੰਦੇ ਰਾਸ਼ਟਰਵਾਦ ਦੇ ਇਰਦ ਗਿਰਦ ਘੁੰਮਦੇ ਰਹਿੰਦੇ ਨੇ? ਉਹਨਾਂ 'ਚ ਫਰਕ ਹੈ, ਜਿਹੜੇ ਭਾਰਤ ਦੀ ਆਜ਼ਾਦੀ ਦੇ ਲਈ ਫਾਂਸੀਆਂ ਤੇ ਚੜ੍ਹ ਗਏ, ਜਿਹੜੇ ਮਾਰੇ ਗਏ ਉਦੋਂ, ਕੀ ਤੁਸੀਂ ਵੀ ਉਹਨਾਂ ਨੂੰ ਵੀ ਸ਼ਹੀਦ ਮੰਨਦੇ ਹੋ? ਨਹੀਂ, ਮੈਂ ਇੱਥੇ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੀ ਵੀ ਕੋਈ ਆਜ਼ਾਦੀ ਦੀ ਲਹਿਰ ਚੱਲਦੀ ਆ, ਵੇਖੋ ਇਹ ਉਦੋਂ ਲਹਿਰ ਚੱਲੀ ਸੀਗੀ ਇਸ ਕੰਟਰੀ ਨੂੰ ਆਜ਼ਾਦ ਕਰਾਉਣ ਲਈ। ਉਹਦੇ ਵਿੱਚ ਉਦੋਂ ਸਿੱਖਾਂ ਨੇ ਵੀ ਬਹੁਤ ਵੱਡਾ, ਸਭ ਤੋਂ ਵੱਡਾ ਹੀ, ਬਹੁਤ ਨਹੀਂ ਸਭ ਤੋਂ ਵੱਡਾ ਰੋਲ ਜਿਹੜਾ ਸੀ ਉਹ ਸਿੱਖਾਂ ਨੇ ਇਹ 'ਚ ਅਦਾ ਕੀਤਾ। ਸਿੱਖਾਂ ਦੀਆਂ ਸ਼ਹਾਦਤਾਂ ਬਹੁਤ ਹੋਈਆਂ। ਕਿਤੇ ਨਾ ਕਿਤੇ ਜਾ ਕੇ ਜਦੋਂ ਸਾਡੇ ਬੁੱਧੀਜੀਵੀ ਜਾਂ ਸਾਡੇ ਇਤਿਹਾਸਕਾਰ ਜਦੋਂ ਹਿਸਟਰੀ ਲਿਖਦੇ ਨੇ, ਤਾਂ ਉੱਥੇ ਇਹ ਗੱਲ ਦਾ ਐਨਾਲਿਸਿਸ ਤਾਂ ਹੁੰਦਾ ਆ ਕਿ ਹੁਣ ਇੱਕ ਬੰਦਾ ਕੋਈ ਹੁੱਕਾ ਪੀਣ ਵਾਲਾ ਹੈ, ਉਹਦਾ ਧਰਮ ਵੱਖਰਾ ਆ, ਉਹ ਆਪਣੇ ਧਰਮ ਦੇ ਅਨੁਸਾਰ ਜਿਉਂਦਾ ਆ, ਪਰ ਉਹ ਵਕਤ ਦੀ ਸਰਕਾਰ ਦੇ ਖਿਲਾਫ ਲੜ ਕੇ ਮਰ ਜਾਂਦਾ ਆ। ਉਹ ਕ੍ਰਾਂਤੀਕਾਰੀ ਸ਼ਹੀਦ ਆ। ਸਿੱਖ ਫਲਸਫੇ ਦੇ ਵਿੱਚੋਂ ਜਿਹੜੇ ਬੰਦੇ ਸ਼ਹੀਦ ਹੋਏ ਨੇ ਸਾਰਿਆਂ ਦੇ ਇਹ ਅਸੀਂ ਉਹਨਾਂ ਨੂੰ, ਮੇਰੇ ਮੁਤਾਬਕ ਜੇ ਮੈਂ ਆਪਣੀ ਨਿੱਜੀ ਗੱਲ ਕਰਾਂ ਤਾਂ ਮੈਂ ਦੁਨੀਆ ਦੇ ਇਤਿਹਾਸ ਦੇ ਵਿੱਚ ਜਿੱਥੇ ਲੋਕੀ ਹੱਕਾਂ ਲਈ ਲੜ ਕੇ ਸ਼ਹੀਦ ਹੁੰਦੇ ਨੇ ਜਾਂ ਆਪਣੇ ਹੱਕਾਂ ਲਈ ਮਰਦੇ ਨੇ, ਮੈਂ ਉਹਨਾਂ ਬਾਗੀਆਂ ਦੇ ਸਦਾ ਨਾਲ ਰਿਹਾ। ਮੈਂ ਕਿਸੇ ਬਾਗੀ ਦੀ ਕਦੀ ਵੀ ਕੋਈ ਵਿਰੋਧ ਤਾਂ ਨਹੀਂ ਕਰਦਾ। ਇਹ ਮੇਰਾ ਨਿੱਜੀ ਭਗਤ ਸਿੰਘ ਬਾਗੀ ਸੀਗੇ, ਮੰਨਦੇ ਹੋ? ਜੀ ਬਿਲਕੁਲ। ਮੈਂ ਤੁਸੀਂ ਸ਼ਹੀਦ ਮੰਨਦੇ ਹੋ, ਅੱਤਵਾਦੀ ਮੰਨਦੇ ਹੋ? ਨਹੀਂ, ਦੇਖੋ ਮੈਂ ਇੱਥੇ ਇਹ ਗੱਲ ਕਹੂੰਗਾ ਕਿ ਸ਼ਹਾਦਤ ਦੇ ਜਿਹੜੇ ਅੱਖਰ ਨੇ ਉਹ ਸਿੱਖ ਫਲਸਫੇ 'ਚੋਂ ਬਹੁਤ ਅਮੀਰ ਨੇ। ਤੇ ਜਿਹੜੀ ਗੱਲ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਆ, ਇਹ ਅੱਜ ਦੀ ਡੇਟ ਦੇ ਵਿੱਚ ਮੇਰੇ ਤੋਂ ਬਹੁਤ ਕਿਤੇ ਉੱਤੇ ਜਾ ਕੇ ਆ ਕਿ ਇਹਦਾ ਫੈਸਲਾ ਵਕਤ ਨੇ ਕੀ ਕਰਨਾ ਹੈ। ਪਰ ਮੈਂ ਨਿੱਜੀ ਤੌਰ 'ਤੇ ਇਹ ਗੱਲ ਕਹਾਂਗਾ ਕਿ ਭਗਤ ਸਿੰਘ ਨੂੰ ਜੇ ਸਿੱਖ ਪੰਥ ਜਾਂ ਸਿੱਖ ਕੌਮ ਸ਼ਹੀਦ ਨਹੀਂ ਮੰਨਦੀ ਤਾਂ ਮੈਂ ਆਪਣੇ ਅਨੁਸਾਰ ਕਹੂੰਗਾ ਕਿ ਉਹਨੂੰ ਅੱਤਵਾਦੀ ਕਹਿਣਾ ਵੀ ਗਲਤ ਆ। ਪਰ ਕੀ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਬਿਆਨ ਨੂੰ ਕੌਮ ਦਾ ਬਿਆਨ ਮੰਨਦੇ ਹੋ ਤੁਸੀਂ ਪੂਰੀ ਦਾ? ਨਹੀਂ, ਮੈਂ ਵੇਖੋ ਮੈਂ ਇਦਾਂ ਨਹੀਂ ਮੰਨਦਾ। ਮੈਂ ਤੁਹਾਨੂੰ ਇਹੀ ਗੱਲ ਪਹਿਲਾਂ ਵੀ ਇਹਦੇ ਉੱਤੇ ਹੀ ਆਪਾਂ ਆਏ ਹਾਂ ਕਿ ਇਹ ਜਿਹੜਾ ਮਸਲਾ ਹੈ ਸ਼ਹਾਦਤ ਦਾ, ਕਿ ਭਗਤ ਸਿੰਘ ਨੂੰ ਕਿੱਥੇ ਰੱਖਣਾ ਹੈ ਜਾਂ ਕਿੱਥੇ ਨਹੀਂ ਰੱਖਣਾ, ਇਹ ਮੇਰੇ ਤੋਂ, ਮੇਰੀ ਸਮਝ ਤੋਂ। ਤੁਹਾਨੂੰ ਇਹ ਲੱਗਦਾ ਕਿ ਕੀ ਰਾਸ਼ਟਰਵਾਦ ਕਰਕੇ ਭਗਤ ਸਿੰਘ ਹੋਣਾ ਨੇ ਉਹ ਫਾਂਸੀ ਦਾ ਰੱਸਾ ਚੁੰਮਿਆ? ਕਿਉਂਕਿ ਇਸ ਗੱਲ ਦੀ ਵੀ ਤਕਰੀਰ ਬਹੁਤ ਹੁੰਦੀ ਹੈ ਕਿ ਭਗਤ ਸਿੰਘ ਬਹੁਤ ਵਾਈਡ ਹੋ ਕੇ ਗੱਲ ਕਰ ਰਿਹਾ ਸੀਗਾ। ਉਹ ਚਾਹੁੰਦਾ ਸੀਗਾ ਕਿ ਕਾਲੇ ਅੰਗਰੇਜ਼ ਨਾ ਆ ਕੇ ਬਹਿ ਜਾਣ, ਲੁੱਟ ਨਾ ਹੋਵੇ, ਕਿਰਤੀ ਦੀ ਲੁੱਟ ਨਾ ਹੋਵੇ। ਜੋ ਲੈਫਟ ਦੀ ਆਈਡੀਓਲੋਜੀ ਸੀਗੀ, ਉਸ ਆਈਡੀਓਲੋਜੀ ਨੂੰ ਉਹ ਹੋਰ ਵੱਡਾ ਕਰਕੇ ਅੱਗੇ ਲਿਜਾਉਣਾ ਚਾਹੁੰਦਾ ਸੀਗਾ। ਬਿਲਕੁਲ। ਕੀ ਉਸ ਗੱਲ ਦੀ ਪ੍ਰੋੜਤਾ ਹੋ ਰਹੀ ਹੈ, ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਅੱਜ ਜਿਹੜੀ ਦੇਸ਼ ਦੀ ਗੱਲ ਹੈ, ਭਾਰਤ ਮਾਤਾ ਕੀ ਜੈ ਔਰ ਮੁਲਕ ਦੀ ਅਸੀਂ ਗੱਲ ਕਰਦੇ ਹਾਂ, ਭਗਤ ਸਿੰਘ ਉਸ ਵਾਸਤੇ ਫਾਂਸੀ ਚੜਿਆ? ਹਾਂਜੀ ਬਿਲਕੁਲ। ਉਹ ਇਸੇ ਗੱਲ ਤੇ ਜਿਹੜੀ ਸਿਮਰਨਜੀਤ ਸਿੰਘ ਮਾਨ ਵਾਲੀ ਗੱਲ ਹੈ ਨਾ, ਇਹ ਜੇ ਆਪਾਂ ਖੋਲ ਕੇ ਕਰਾਂਗੇ ਤੇ ਅਸਲ 'ਚ ਇਹ ਗੱਲ ਸੀਗੀ ਕਿ ਜੇ ਤੁਹਾਡੇ ਲਈ ਅੱਜ ਭਗਤ ਸਿੰਘ ਮਾਇਨੇ ਰੱਖਦਾ ਆ, ਭਗਤ ਸਿੰਘ ਮਾਇਨੇ ਰੱਖਦਾ ਇਸ ਲਈ ਵੀ ਉਹਨੇ ਆਜ਼ਾਦੀ ਦੀ ਜੰਗ ਲੜੀ, ਪਰ ਸਾਡੇ ਨਾਲ ਤਾਂ ਤੁਸੀਂ ਬਹੁਤ ਕੁਝ ਕੀਤਾ। ਈਵਨ ਜੋ ਕੁਝ ਤੁਸੀਂ ਸਾਡੇ ਨਾਲ ਕੀਤਾ ਇਹ ਸ਼ਾਇਦ ਅੰਗਰੇਜ਼ਾਂ ਨੇ ਨਹੀਂ ਕੀਤਾ। ਫਿਰ ਸਾਡੇ ਜਿਹੜੇ ਬੰਦੇ ਲੜੇ ਨੇ ਜਾਂ ਉਸ ਸਮੇਂ ਲੜ ਕੇ ਫਾਂਸੀਆਂ ਝੂਟੇ ਨੇ, ਉਹਨਾਂ ਨੂੰ ਅੱਤਵਾਦੀ ਕਿਉਂ ਕਿਹਾ ਜਾਂਦਾ ਹੈ? ਮਸਲਾ ਇਹ ਨਹੀਂ ਕਿ ਭਗਤ ਸਿੰਘ ਅੱਤਵਾਦੀ ਹੈ ਜਾਂ ਸ਼ਹੀਦ ਹੈ। ਮਸਲਾ ਜਿਹੜਾ ਪਿੱਛੋਂ ਮਸਲਾ ਚੱਲਦਾ ਹੁੰਦਾ, ਹੁਣ ਸਿਮਰਜੀਤ ਸਿੰਘ ਮਾਨ ਇੱਕ ਬਜ਼ੁਰਗ ਆਗੂ ਨੇ, ਹੋ ਸਕਦਾ ਉਹ ਸਮੇਂ ਦੇ ਸਿਰ ਉਸ ਗੱਲ ਨੂੰ ਖੋਲ੍ਹ ਨਾ ਸਕੇ। ਹੁਣ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਨਾਲ ਇੰਟਰਵਿਊ ਵੀ ਕਰੋ ਕਿ ਉਹ ਗੱਲ ਖੋਲ੍ਹਣ ਸਾਰੀ। ਤੁਸੀਂ ਕੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੇ ਤੁਹਾਡੇ ਸੰਘਰਸ਼ ਦੇ ਵਿੱਚ, ਲਹਿਰ ਦੇ ਵਿੱਚ, ਹਥਿਆਰਬੰਦ ਸੰਘਰਸ਼ ਦੇ ਵਿੱਚ ਜੋ ਸਿੰਘ ਮਾਰੇ ਗਏ, ਉਹ ਅੱਤਵਾਦੀ ਇਸ ਮੁਲਕ ਦੇ ਵੱਲੋਂ ਨਾ ਗਰਦਾਨੇ ਜਾਣ? ਤੁਸੀਂ ਇਹ ਕਹਿਣ ਦੀ ਗੱਲ ਕਰ ਰਹੇ? ਬਿਲਕੁਲ, ਅਸੀਂ ਤੇ ਕਹਾਂਗੇ ਜੀ, ਕਿਉਂਕਿ ਕਾਨੂੰਨ ਦੀਆਂ ਨਜ਼ਰਾਂ 'ਚੋਂ ਵੀ ਸ਼ਹੀਦ ਹੋਣੇ ਚਾਹੀਦੇ 100% ਜੀ। ਤਾਂ ਫਿਰ ਭਗਤ ਸਿੰਘ ਤਾਂ ਬ੍ਰਿਟਿਸ਼ ਰਾਜ ਦੇ ਮੁਤਾਬਕ ਅੱਤਵਾਦੀ ਸੀਗਾ? ਮੈਂ ਉਹੀ ਗੱਲ ਕਹਿਣਾ ਜੀ, ਬ੍ਰਿਟਿਸ਼ ਉਹਨੂੰ ਅੱਤਵਾਦੀ ਮੰਨਦਾ ਹੈ। ਸਮਝੋ ਮੇਰੀ ਗੱਲ, ਜੇ ਉਹਨੂੰ ਬ੍ਰਿਟਿਸ਼ ਅੱਤਵਾਦੀ ਮੰਨਦਾ ਤੇ ਇਹ ਸਾਨੂੰ ਅੱਤਵਾਦੀ ਮੰਨਦੇ ਨੇ। ਤੇ ਜੇ ਇਹਨਾਂ ਲਈ ਭਗਤ ਸਿੰਘ ਸ਼ਹੀਦ ਆ ਤੇ ਫਿਰ ਅਸੀਂ ਕਿੱਥੇ ਆ? ਫਿਰ ਉਹ ਸੰਤ ਜਰਨੈਲ ਸਿੰਘ ਕਿੱਥੇ ਨੇ? ਇਹ ਗੱਲ ਵੇਖਣੀ। ਉਹ ਗਦਰੀ ਬਾਬੇ ਕਿੱਥੇ ਨੇ? ਉਹ ਜਿਹੜੇ ਬੱਬਰ ਅਕਾਲੀ ਲਹਿਰ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ। ਜੇ ਆਪਾਂ ਭਗਤ ਸਿੰਘ ਨੂੰ ਡਿਫੈਂਡ ਕਰਦੇ ਹਾਂ ਤੇ ਧੰਨਾ ਸਿੰਘ ਬਹਿਬਲਪੁਰ ਨੂੰ ਕੌਣ ਕਰੂਗਾ? ਧੰਨਾ ਸਿੰਘ ਬਹਿਬਲਪੁਰ ਜਿਨਨੇ ਚੈਲੰਜ ਕਰਤਾ ਅੰਗਰੇਜ਼ ਹਕੂਮਤ ਨੂੰ ਕਿ ਮੈਂ ਜਿਉਂਦਾ ਨਹੀਂ ਫੜਿਆ ਜਾਊਂਗਾ, ਤੁਸੀਂ ਮੈਨੂੰ ਜਿਉਂਦਾ ਨਹੀਂ ਫੜ ਸਕਦੇ। ਜਦੋਂ ਉਹਨੂੰ ਮੰਨਣਹਾਣੇ ਪਿੰਡ ਤੋਂ ਗ੍ਰਿਫਤਾਰ ਕਰ ਲੈਂਦੇ ਨੇ ਤੇ ਥੋੜੀ ਬਾਹਰ ਜਾ ਕੇ ਐਸਪੀ ਸਮਿਥ ਦੇ ਨਾਲ ਉਹ ਜਾ ਰਹੇ ਨੇ, ਤਾਂ ਉੱਥੇ ਉਹ ਆਪਣੇ ਸਰੀਰ ਨੂੰ ਬੰਬ ਨਾਲ ਉਡਾ ਲੈਂਦੇ ਨੇ। 5 ਅਫਸਰ ਵੀ ਮਾਰੇ ਜਾਂਦੇ ਨੇ ਉੱਥੇ।
ਧੰਨਾ ਸਿੰਘ ਵੀ ਉੱਥੇ ਸ਼ਹੀਦ ਹੁੰਦਾ ਹੈ। ਕਦੀ ਇਸ ਦੇਸ਼ ਦੇ ਵਿੱਚ ਧੰਨਾ ਸਿੰਘ ਬਹਿਬਲਪੁਰ ਉਹਨਾਂ ਦੀ ਗੱਲ ਹੋਈ ਹੈ? ਕਦੀ ਇਸ ਦੇਸ਼ ਦੇ ਵਿੱਚ ਕੂਕਿਆਂ ਦੀ ਗੱਲ ਹੋਈ ਹੈ ਜਿਹੜੇ ਤੋਪਾਂ ਦੇ ਅੱਗੇ ਬੰਨ੍ਹ ਕੇ ਉਡਾ ਦਿੱਤੇ ਗਏ 60 ਤੋਂ ਉੱਤੇ? ਕਦੀ ਇਦਾਂ ਦੀਆਂ ਗੱਲਾਂ ਹੋਈਆਂ ਨੇ? ਤੁਸੀਂ ਇੱਧਰ ਤੋਂ ਲੈ ਕੇ ਸਿਰੇ ਤੱਕ ਵੇਖ ਲਓ। ਕਿਸੇ ਜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੇ ਕੈਬਨ ਦੇ ਵਿੱਚ ਜਾਂ ਜਿੱਥੇ ਉਹ ਬਹਿੰਦੇ ਨੇ ਮੁੱਖ ਮੰਤਰੀ ਦੀ ਕੁਰਸੀ ਦੇ, ਉਹਦੇ ਪਿੱਛੇ ਵੀ ਜੇ ਇੱਕ ਤਸਵੀਰ ਲੱਗੀ ਆ ਤੇ ਉਹ ਭਗਤ ਸਿੰਘ ਦੀ ਲੱਗੀ ਆ। ਹੁਣ ਦੇਖਣ ਵਾਲੀ ਗੱਲ ਇਹ ਆ ਵੀ ਜਿਹੜੇ ਊਧਮ ਸਿੰਘ ਸੀਗੇ, ਸਰਦਾਰ ਊਧਮ ਸਿੰਘ ਨੇ ਦੋ ਤੁਸੀਂ, ਮੈਂ ਟੋਕ ਰਿਹਾ, ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਨਹੀਂ ਮੰਨ ਰਹੇ, ਪਰ ਤੁਹਾਨੂੰ ਇਹ ਵੀ ਦਿੱਕਤ ਹੈ ਕਿ ਭਗਤ ਸਿੰਘ ਨੂੰ ਜਿਸ ਤਰੀਕੇ ਨਾਲ ਨਾਇਕ ਬਣਾ ਕੇ ਦੇਸ਼ 'ਚ ਪੇਸ਼ ਕੀਤਾ ਗਿਆ, ਉਹ ਵੀ ਉਹਦੇ ਨਾਲ ਵੀ ਸਹਿਮਤ ਨਹੀਂ ਹੋ? ਨਹੀਂ ਸਹਿਮਤ, ਮੈਂ ਬਿਲਕੁਲ ਨਹੀਂ ਸਹਿਮਤ ਹੈਗਾ ਜੀ। ਮੈਂ 100% ਇਸ ਗੱਲ ਸਹਿਮਤ ਨਹੀਂ ਕਿ ਸਾਡੇ ਨਾਲ। ਤੁਸੀਂ ਇੱਕ ਗੱਲ ਵੇਖੋ ਕਿ ਤੁਸੀਂ ਸਦਾ ਪੱਗ ਬੰਨ੍ਹਦੇ ਹੋ, ਪਰ ਇੱਕ ਦਿਨ ਕਿਤੇ ਤੁਸੀਂ ਮਜਬੂਰੀ ਵਸ ਤੁਸੀਂ ਆਪਣੇ ਉਸ ਬਾਗੀ ਸਫ਼ਰ ਦੇ ਵਿੱਚ ਇੱਕ ਦਿਨ ਟੋਪੀ ਪਾ ਲਓ, ਤਾਂ ਕੀ ਇਸ ਕੰਟਰੀ ਨੂੰ ਚਾਹੀਦਾ ਕਿ ਭਗਤ ਸਿੰਘ ਦੇ ਸਿਰ ਤੇ ਟੋਪੀ ਵੀ ਦੇ ਕੇ ਰੱਖੇ ਸਦਾ, ਜਦੋਂ ਕਿ ਉਹ ਟੋਪੀ ਨਹੀਂ ਸੀ ਪਾਉਂਦਾ? ਜਦੋਂ ਡਿਸਓਨ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨੂੰ ਉਸ ਤਰੀਕੇ ਦਾ ਨਾਇਕ ਨਹੀਂ ਮੰਨਣਾ ਚਾਹੁੰਦੇ, ਤਾਂ ਫਿਰ ਤੁਹਾਨੂੰ ਕੀ ਦਿੱਕਤ ਹੈ ਉਹ ਟੋਪੀ ਵਾਲੀ ਤਸਵੀਰ ਲਾਉਣ ਤੇ, ਭਾਵੇਂ ਦਸਤਾਰ ਵਾਲੀ ਲਾਉਣ? ਜਦੋਂ ਤੁਸੀਂ ਡਿਸਓਨ ਕਰ ਰਹੇ ਹੋ, ਨਹੀਂ, ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲੇ ਉਸ ਤੋਂ ਵੱਡੇ ਨਾਇਕ ਪਏ ਨੇ। ਸਾਡੇ ਕੋਲ ਨਹੀਂ, ਉਸ ਲਹਿਰ ਦੀ ਗੱਲ ਕਰਦਾ, ਸਾਰਿਆਂ ਕੋਲ ਹੀ ਨੇ ਸਾਰੇ। ਇਸ ਕੀ ਭਗਤ ਸਿੰਘ ਤੋਂ ਵੱਡਾ ਨਾਇਕ ਸੀਗਾ ਆਜ਼ਾਦੀ ਦੀ ਲੜਾਈ ਦੇ ਵਿੱਚ? ਇੱਕ ਨਹੀਂ, ਸੈਂਕੜੇ ਮੈਂ ਗਿਣਾ ਸਕਣਾ, ਸੈਂਕੜੇ। ਤੁਸੀਂ ਇੱਥੇ ਹੀ ਦੱਸੋ ਭਗਤ ਸਿੰਘ। ਤਾਂ ਫਿਰ ਜੇ ਤੁਸੀਂ ਇਹ ਮੰਨਦੇ ਹੋ ਕਿ ਵੱਡੇ ਨਾਇਕ ਸੀਗੇ, ਤਾਂ ਫਿਰ ਭਾਵੇਂ ਭਾਰਤ ਦੀ ਹਕੂਮਤ ਟੋਪੀ ਵਾਲੀ ਤਸਵੀਰ 'ਚ ਭਗਤ ਸਿੰਘ ਦਿਖਾਵੇ ਤੇ ਭਾਵੇਂ ਦਸਤਾਰ 'ਚ, ਫਿਰ ਤੁਹਾਨੂੰ ਕੀ ਦਿੱਕਤ ਹੈ? ਸਾਨੂੰ ਦਿੱਕਤ ਇਸ ਗੱਲ ਦੀ ਹੈ, ਜੇ ਉਹਨਾਂ ਲਈ ਭਗਤ ਸਿੰਘ ਸ਼ਹੀਦ ਆ, ਸਰਾਭਾ ਕਿਉਂ ਨਹੀਂ, ਊਧਮ ਸਿੰਘ ਕਿਉਂ ਨਹੀਂ, ਬੱਬਰ ਅਕਾਲੀ ਕਿਉਂ ਨਹੀਂ, ਕੂਕੇ ਕਿਉਂ ਨਹੀਂ, ਗਦਰੀ ਬਾਬੇ ਕਿਉਂ ਨਹੀਂ? ਸਾਨੂੰ ਦਿੱਕਤ ਇਸ ਗੱਲ ਦੀ ਹੈ ਕਿ ਧੱਕੇ ਨਾਲ ਸਾਡੇ ਤੇ ਜਿਹੜੀਆਂ ਚੀਜ਼ਾਂ, ਜਿਹੜਾ ਰਾਸ਼ਟਰਵਾਦ, ਜਿਹੜੀ ਭਗਤ ਸਿੰਘ ਦੀ ਸੋਚ, ਜਿਹੜੀ ਪੰਜਾਬੀ ਨੂੰ ਲੈ ਕੇ ਜਾਂ ਜਿਹੜੀ ਉਸ ਸਮੇਂ ਦੇ ਸਾਈਮਨ ਕਮਿਸ਼ਨ ਨੂੰ ਲੈ ਕੇ ਜਾਂ ਉਹਨਾਂ ਗੱਲਾਂ ਨੂੰ ਲੈ ਕੇ ਜਿਹੜੀ ਭਗਤ ਸਿੰਘ ਦੀ ਸੋਚ ਸੀ, ਉਹ ਅੱਜ ਵੀ ਇਹਨਾਂ ਨੂੰ ਸੂਟ ਕਰਦੀ ਹੈ। ਸਰਾਭੇ ਵਾਲੀ ਸੋਚ ਇਹਨਾਂ ਨੂੰ ਸੂਟ ਨਹੀਂ ਕਰਦੀ। ਕਿਉਂ ਸੂਟ ਨਹੀਂ ਕਰਦਾ ਸਰਾਭਾ? ਤੁਹਾਡੇ ਸਾਹਮਣੇ ਆ। ਭਗਤ ਸਰਾਭਾ ਜਿਹੜਾ ਸਿੱਖ ਫਲਸਫੇ ਚੋਂ ਆਉਂਦਾ ਆ, ਉਹ ਮੰਨਦਾ ਹੈ ਕਿ ਸਿੱਖੀ ਇੱਕ ਉਹ ਇਸ ਪੰਜਾਬ ਦੇ ਔਰ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ, ਸ਼ਹੀਦਾਂ ਦੇ ਫਲਸਫੇ ਤੋਂ ਸ਼ਹੀਦ ਹੁੰਦਾ ਹੈ। ਤੁਸੀਂ ਸਿਰਫ ਇਹ ਕਹਿ ਰਹੇ ਹੋ ਕਿ ਕਿਉਂਕਿ ਭਗਤ ਸਿੰਘ ਜਿਹੜਾ ਉਹ ਕਾਮਰੇਡ ਸੀਗਾ, ਭਗਤ ਸਿੰਘ ਕਿਤਾਬ ਲਿਖਦਾ ਮੈਂ ਨਾਸਤਿਕ ਕਿਉਂ ਆ, ਉਹ ਲੈਫਟ ਦੀ ਵਿਚਾਰਧਾਰਾ ਚੋਂ ਪੁੰਗਰਿਆ ਹੋਇਆ ਸੀਗਾ, ਸਿਰਫ ਇਸ ਕਰਕੇ ਭਾਰਤੀ ਹਕੂਮਤ ਨੇ ਉਹਨੂੰ ਵੱਡਾ ਨਾਇਕ ਬਣਾ ਦਿੱਤਾ। ਉਹ ਅੱਜ ਵੀ ਤੁਸੀਂ ਦੇਖੋ ਕਿ ਭਾਰਤੀ ਹਕੂਮਤ ਜਿਹੜੀ ਆ ਜਾਂ ਜਿਹੜੀਆਂ ਉਹਦੀਆਂ ਸਟੇਟਾਂ ਨੇ, ਮੇਰਾ ਇਹ ਸਵਾਲ ਪਹਿਲਾਂ ਵੀ ਸੀ, ਅੱਜ ਵੀ ਉੱਥੇ ਹੀ ਆ। ਬੇਸ਼ੱਕ ਤੁਸੀਂ ਮੈਨੂੰ ਸ਼ਾਇਦ ਤੁਹਾਡੇ ਕੋਲ ਸਮਾਂ ਘੱਟ ਆ, ਜਿਹੜਾ ਮੈਂ ਇਹ ਕਹਿਣਾ ਕਿ ਜੇ ਕੇਜਰੀਵਾਲ ਦੇ ਤੇ ਭਗਵੰਤ ਸਿੰਘ ਮਾਨ ਦੇ ਚੇਤਿਆਂ ਦੇ ਵਿੱਚ ਖਟਕੜ ਕਲਾਂ ਵਸਿਆ ਆ, ਤੇ ਸਨਾਮ ਕਿਉਂ ਨਹੀਂ ਵਸਿਆ ਜਿਹੜਾ ਭਗਤ ਸਿੰਘ ਦਾ ਪਿੰਡ, ਜਿਹੜਾ ਊਧਮ ਸਿੰਘ ਦਾ ਪਿੰਡ ਸਤੌਜ ਤੋਂ ਬਿਲਕੁਲ ਨੇੜੇ ਆ? ਇਸ ਗੱਲ ਨੂੰ ਇਹ ਕਦੀ ਵੀ ਸਾਡੇ ਨਾਲ ਇਸ ਗੱਲ ਦੀ ਡਿਬੇਟ ਨਹੀਂ ਕਰਨਗੇ। ਔਰ ਸਰਦਾਰ ਅਜਮੇਰ ਸਿੰਘ ਉਹਨਾਂ ਨੇ ਚੈਲੰਜ ਕੀਤਾ ਵੀ ਭਗਤ ਸਿੰਘ ਦੀ ਵਿਚਾਰਧਾਰਾ ਦੇ ਸਾਡੇ ਨਾਲ ਡਿਬੇਟ ਕਰੋ ਤੁਸੀਂ। ਉਦੋਂ ਅੱਤਵਾਦੀ ਜਾਂ ਸ਼ਹੀਦ ਕਹਿਣ ਵਾਲੀ ਗੱਲ ਤਾਂ ਬਾਅਦ ਦੀ ਆ, ਪਹਿਲਾਂ ਉਹਦੀ ਵਿਚਾਰਧਾਰਾ ਦੇ ਉੱਤੇ ਡਿਬੇਟ ਕਰਨ ਵਾਲੀ ਵੀ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਕੀ ਸੀ, ਕਿਉਂ ਭਗਤ ਸਿੰਘ ਨੂੰ ਹੀ ਇੰਨਾ ਉਭਾਰਿਆ ਜਾਂਦਾ। ਇਹ ਗੱਲ ਇੱਕ ਖਾਸ ਗੱਲ ਆ ਕਿ ਬਾਕੀ ਜਿਹੜੇ ਬੰਦੇ ਨੇ ਜਿਹੜੇ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮੇ ਆ, ਮੈਂ ਗੱਲ ਇਹ ਕਰਨ ਲੱਗਾ ਸੀ ਕਿ ਭਗਤ ਸਿੰਘ ਨੇ ਸਾਂਡਰਸ ਨੂੰ ਮਾਰਿਆ। ਸੁਣਿਓ ਧਿਆਨ ਨਾਲ ਗੱਲ, ਜਦੋਂ ਕਿ ਸਾਂਡਰਸ ਭੁਲੇਖੇ ਨਾਲ ਮਾਰਿਆ ਗਿਆ, ਇਹ ਹਿਸਟਰੀ ਆ। ਵੇਖੋ, ਇਹਨੂੰ ਕੋਈ ਵੀ ਸੋਚਦਾ ਮੈਂ ਬਾਗੀ ਰਿਹਾ, ਮੈਂ ਆਪਣੇ ਤਰੀਕੇ ਨਾਲ ਸੋਚ ਰਿਹਾ, ਤਾਂ ਉਸੇ ਤਰੀਕੇ ਨਾਲ ਜਿਹੜਾ ਗਵਰਨਰ ਸੀਗਾ ਪੰਜਾਬ ਦਾ, ਉਹ ਮਾਈਕਲ ਉਡਵਾਇਰ ਸੀਗਾ। ਮਾਈਕਲ ਉਡਵਾਇਰ ਨੇ ਆਰਡਰ ਦਿੱਤਾ ਸੀਗਾ, ਤਾਂ ਉਹ ਗਵਰਨਰ ਸੀ, ਉਸ ਗਵਰਨਰ ਨੂੰ ਸਰਦਾਰ ਊਧਮ ਸਿੰਘ ਨੇ ਜਾ ਕੇ ਉੱਥੇ ਸਜ਼ਾ ਦਿੱਤੀ, ਮਾਰਿਆ। ਠੀਕ ਹੈ ਜੀ। ਔਰ ਉਹਨੇ ਵੀ ਉਸੇ ਹਾਲ 'ਚ ਜਾ ਕੇ, ਕਸਟਮ ਹਾਲ ਦੇ ਵਿੱਚ ਉਹਨੂੰ ਮਾਰਿਆ ਜਾ ਕੇ। ਹੁਣ ਆਪਾਂ ਇਹ ਦੇਖਾਂਗੇ ਵੀ ਭਗਤ ਸਿੰਘ ਵੀ ਫਾਂਸੀ ਲੱਗਦਾ ਤੇ ਊਧਮ ਸਿੰਘ ਵੀ ਫਾਂਸੀ ਲੱਗਦਾ, ਤੇ ਭਗਤ ਸਿੰਘ ਤੋਂ ਪਹਿਲਾਂ ਸਰਦਾਰ ਕਰਤਾਰ ਸਿੰਘ ਸਰਾਭਾ ਫਾਂਸੀ ਲੱਗਦਾ। ਔਰ ਭਗਤ ਸਿੰਘ ਕਹਿੰਦਾ ਆ ਕਿ ਮੇਰਾ ਹੀਰੋ ਜਿਹੜਾ ਆ ਉਹ ਕਰਤਾਰ ਸਿੰਘ ਸਰਾਭਾ ਹੈ। ਭਗਤ ਸਿੰਘ ਦਾ ਹੀਰੋ ਪਾਸੇ ਕਰਕੇ ਤੇ ਭਗਤ ਸਿੰਘ ਨੂੰ ਅੱਗੇ ਉਸ ਵਿਚਾਰਧਾਰਾ ਕਰਕੇ ਲੈ ਕੇ ਆਂਦਾ ਆ, ਜਿਹਨੂੰ ਅਖੌਤੀ ਜਿਹੜਾ ਰਾਸ਼ਟਰਵਾਦ ਹੈ, ਉਹਦੇ ਉੱਤੇ ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਗੱਲ ਕਰ ਸਕਦੇ ਹੋ। ਕੋਈ ਰਾਸ਼ਟਰਵਾਦ ਝੂਠਾ ਕੰਟਰੀਬਿਊਸ਼ਨ ਨੂੰ ਝੁਠਲਾਉਂਦੇ ਹੋ ਤੁਸੀਂ? ਕੰਟਰੀਬਿਊਸ਼ਨ ਹੈ ਕਿ ਨਹੀਂ, ਉਸ ਨੂੰ ਨਹੀਂ ਮੈਂ ਝੁਠਲਾਉਂਦਾ। ਮੇਰੀ ਗੱਲ ਸੁਣੋ, ਮੈਂ ਤਾਂ ਕਦੀ ਵੀ ਨਹੀਂ, ਜਿਹੜੇ ਬੰਦੇ ਵੀ ਹੱਕਾਂ ਲਈ ਲੜੇ ਨੇ, ਬਾਗੀ ਹੋ ਕੇ ਲੜੇ ਨੇ, ਉਹਨਾਂ ਦਾ ਇੱਕ ਕਦਮ ਵੀ ਲਿਖਿਆ। ਉਹਨਾਂ ਨੂੰ ਅਸੀਂ ਕਦੀ ਨਹੀਂ ਇਹ ਕਹਿ ਸਕਦੇ ਵੀ ਕਿਉਂ ਤੇ ਕਿਵੇਂ।
ਇਹ ਗੱਲ ਤਾਂ ਹੁਣ ਸਰਦਾਰ ਮਾਨ ਜਾਂ ਜਿਹੜੇ ਸਾਡੇ ਤੋਂ ਉੱਤੇ ਬੁੱਧੀਜੀਵੀ ਨੇ ਜਾਂ ਸਿਆਣੇ ਨੇ, ਜਿਵੇਂ ਸਰਦਾਰ ਅਜਮੇਰ ਸਿੰਘ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਉਹਦੀ ਵਿਚਾਰਧਾਰਾ ਦੇ ਉੱਤੇ ਬਹਿਸ ਕਰ ਲੈਣ, ਇਹਨਾਂ ਨੂੰ ਕਰਨੀ ਚਾਹੀਦੀ ਆ। ਮੈਂ ਤਾਂ ਸਿਰਫ ਆਪਣੀ, ਮੇਰੀ ਵਿਚਾਰ ਛੋਟੀ ਆ, ਮੇਰੀ ਉਸ ਲੈਵਲ ਦੀ ਮੈਨੂੰ ਸਮਝ ਘੱਟ ਆ, ਪਰ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿ ਸਕਣਾ ਕਿ ਸਾਡੇ ਉੱਤੇ ਜਿਹੜਾ ਰਾਸ਼ਟਰਵਾਦ ਥੋਪਿਆ ਜਾਂਦਾ ਅਸਲ 'ਚ ਉਹ ਰਾਸ਼ਟਰਵਾਦ ਨਹੀਂ ਹੈਗਾ, ਤੇ ਨਾ ਹੀ ਕਦੀ ਉਹਦਾ ਤੁਹਾਡਾ ਰਾਸ਼ਟਰਵਾਦ ਕੀ ਹੈ? ਸਾਡਾ ਰਾਸ਼ਟਰਵਾਦ ਤਾਂ ਗੁਰੂ ਨਾਨਕ ਸਾਹਿਬ ਦਾ ਫਲਸਫਾ ਆ, ਸਾਰਿਆਂ ਨੂੰ ਬਰਾਬਰ ਹੋਣਾ ਚਾਹੀਦਾ ਆ, ਜਿਹਨੂੰ ਮਨੁੱਖੀ ਅਧਿਕਾਰ ਪਿੱਟਦੇ ਨੇ ਸਾਰੇ। ਮੇਰੇ ਨਾਲ ਉਹਦੇ ਉੱਤੇ ਬਹਿਸ ਕਰਨ ਵੀ ਤੁਸੀਂ ਸਭ ਤੋਂ ਵੱਧ, ਜੇ ਥੋੜ੍ਹੇ ਦਿਨ ਪਹਿਲਾਂ ਕਿਸੇ ਹਾਊਸ ਦੇ ਵਿੱਚ ਵੀ ਕਿਸੇ ਰਾਸ਼ਟਰਪਤੀ ਨੂੰ ਕੁਝ ਬੋਲਿਆ ਜਾਂ ਉਹਦੇ 'ਤੇ ਹਾ ਹੱਲਾ ਮਚ ਜਾਂਦਾ ਹੈ ਕਿ ਜਿਹੜੀਆਂ ਇਸ ਦੇਸ਼ ਦੀਆਂ ਔਰਤਾਂ ਨੇ ਇਹ ਖੁੱਲ੍ਹ ਦਿੱਤੀ ਆ ਕਿ ਜਿੱਥੇ ਕੋਈ ਆਪਣੇ ਹੱਕਾਂ ਲਈ ਜੰਗ ਲੜਦਾ ਉਹਨਾਂ ਦੀਆਂ ਔਰਤਾਂ ਨਾਲ ਇਹ ਰੇਪ ਕਰਨ, ਇਸ ਗੱਲ ਦੀ ਖੁੱਲ੍ਹ ਕਿ ਇਹ ਰਾਸ਼ਟਰਵਾਦ ਆ। ਕੀ ਇੱਕ ਰਾਸ਼ਟਰਵਾਦੀ ਨੂੰ ਮੰਨ ਲਓ ਇਹ ਕਹਿੰਦੇ ਨੇ ਵੀ ਕੀ ਭਗਤ ਸਿੰਘ ਨੂੰ ਇਹ ਖੁੱਲ੍ਹ ਸੀ? ਜੇ ਭਗਤ ਸਿੰਘ ਇੱਦਾਂ ਦਾ ਹੁੰਦਾ ਤੇ ਕਹਿੰਦੇ ਵੀ ਰਾਸ਼ਟਰਵਾਦੀ ਆ। ਜੇ ਭਗਤ ਸਿੰਘ ਦਾ ਜੀਵਨ ਇੱਦਾਂ ਦਾ ਹੁੰਦਾ ਇਹਨਾਂ ਤਾਂ ਵੀ ਸਵੀਕਾਰ ਕਰ ਲੈਣਾ ਸੀ। ਇਹ ਉਹਨਾਂ ਬੰਦਿਆਂ ਨੂੰ ਮੈਡਲ ਦਿੰਦੇ ਨੇ। ਮੈਂ ਤੁਹਾਨੂੰ ਔਨ ਦਾ ਰਿਕਾਰਡ ਖਬਰ ਕੇਸ ਦਿਖਾ ਸਕਣਾ ਜਿਹੜੇ ਬੰਦਿਆਂ ਨੇ ਨਕਸਲਾਈਟ ਦੇ ਨਾਂ ਦੇ ਥੱਲੇ ਇੱਕ ਬੀਬੀ ਨੂੰ ਅਰੈਸਟ ਕਰਕੇ ਉਹਦੇ ਗੁਪਤ ਅੰਗਾਂ ਦੇ ਵਿੱਚ ਪੱਥਰ ਤੱਕ ਤੁੰਨ ਦਿੱਤੇ, ਉਸ ਬੰਦੇ ਨੂੰ ਰਾਸ਼ਟਰਪਤੀ ਮੈਡਲ ਦਿੱਤਾ। ਉਹ ਰਾਸ਼ਟਰਵਾਦੀ ਕਿਵੇਂ ਹੋ ਸਕਦਾ ਆ? ਠੀਕ ਆ, ਉਹ ਬੰਦਿਆਂ ਨੇ ਆਪਣੀ, ਅੱਛਾ ਇੱਕ ਗੱਲ ਹੋਰ, ਉਹ ਸਿੱਖ ਨਹੀਂ ਹੈਗੇ, ਉਹ ਮੁਸਲਮਾਨ ਵੀ ਨਹੀਂ ਹੈਗੇ, ਉਹਨਾਂ ਦਾ ਧਰਮ ਹਿੰਦੂ ਆ, ਔਰ ਉਹ ਆਪਣੇ ਹੱਕਾਂ ਲਈ ਲੜ ਰਹੇ ਨੇ। ਜੇ ਆਪਣੇ ਹੱਕਾਂ ਲਈ ਲੜਨਾ ਅੱਤਵਾਦ ਹੈ ਤਾਂ ਇਹ ਤੁਸੀਂ ਦੇਖੋ ਕਿ ਇਹ ਝੂਠੇ ਰਾਸ਼ਟਰਵਾਦ ਦੇ ਥੱਲੇ ਉਹਨਾਂ ਦੀਆਂ ਔਰਤਾਂ ਨੂੰ ਵੀ ਉਸ ਤਰ੍ਹਾਂ ਟਰੀਟ ਕਰਦੇ ਨੇ। ਜਿਹੜਾ ਵੀ ਹੱਕਾਂ ਦੀ ਗੱਲ ਕਰਦਾ ਆ ਉਹ ਇਹਨਾਂ ਲਈ ਟੈਰਰਿਸਟ ਆ, ਅੱਤਵਾਦੀ ਹੈ। ਇਹਨਾਂ ਨੇ ਉਸ ਖਿੱਤੇ ਦੀਆਂ ਔਰਤਾਂ ਨਾਲ ਜੋ ਕੁਝ ਕੀਤਾ, ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਤੁਸੀਂ ਦੱਸੋ ਕਿ ਇਹ ਕੇਸ ਚੱਲ ਜੇ, ਕੋਰਟ ਦੇ ਵਿੱਚ ਕੇਸ ਚਲਾ ਜਾਏ, BBC ਇਹਨੂੰ ਰਿਪੋਰਟ ਕਰੇ ਕਿ ਬੀਬੀ ਸੋਨੀ ਸੌਰੀ ਨੂੰ ਥਾਣੇ ਦੇ ਵਿੱਚ ਲਿਜਾ ਕੇ ਉਹਦੇ ਗੁਪਤ ਅੰਗਾਂ 'ਚ ਕੰਕਰ ਪੱਥਰ ਧੱਕ ਦਿੱਤੇ ਜਾਣ। ਉਹਦੀਆਂ ਮੇਰੇ ਕੋਲ ਫੋਟੋਆਂ, ਉਹਦਾ ਨਾਂ, ਉਹਦਾ ਪਿੰਡ ਇਸ ਬੁੱਕ ਦੇ ਵਿੱਚ ਮੌਜੂਦ ਹੈ। ਔਰ ਕਿਸੇ ਵੀ ਲੈਫਟ ਨੇ, ਜਿੰਨੇ ਵੀ ਕਾਮਰੇਡ ਨੇ, ਜਾਂ ਦੀਆਂ ਅਖਬਾਰਾਂ ਨੇ, ਜਾਂ ਦੇ ਚੈਨਲ ਨੇ, ਕਿਸੇ ਇੱਕ ਨੇ ਵੀ ਜਾ ਕੇ ਉਹਨਾਂ ਦੀ ਸਟੋਰੀ ਕੀਤੀ ਹੈ ਕਦੀ? ਇਹ ਕੀ ਕਹਿਣਗੇ ਕਿ ਅੱਜ ਦੱਸੋ ਜੀ ਮਾਨ ਸਾਹਿਬ ਨੇ ਆਹ ਗੱਲ ਕਹੀ ਹੈ, ਇਹ ਹਾਂ ਜਾਂ ਨਾ? ਫਲਾਣਾ ਲੀਡਰ ਫਲਾਣਾ ਥਾਂ 'ਤੇ ਜਹਾਜ਼ ਲੈ ਗਿਆ ਸੀ, ਤੁਹਾਨੂੰ ਕਿਵੇਂ ਦਾ ਲੱਗਾ? ਹਾਂ ਜਾਂ? ਇਹ ਕਿਉਂ ਨਹੀਂ ਉੱਥੇ ਜਾ ਕੇ ਉਹਨਾਂ ਦੀ ਪੀੜ ਜਿਹੜੀ ਇਹਨਾਂ ਨੂੰ, ਉਹ ਇਸ ਖਿੱਤੇ ਜੰਮੂ ਕਸ਼ਮੀਰ ਦੇ ਵਿੱਚ 2 ਬੀਬੀਆਂ ਨੂੰ CRPF ਵਾਲਿਆਂ ਨੇ ਬਲਾਤਕਾਰ ਕਰਕੇ ਸੁੱਟ ਦਿੱਤਾ ਨਾਲੇ ਦੇ ਵਿੱਚ। ਉਹ ਕੇਸ ਚੱਲਿਆ, ਕਈ ਕੁਛ ਹੋਇਆ, ਪਰ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ। CRPF ਨੇ ਪੰਜਾਬ ਦੇ ਵਿੱਚ ਇੱਕ 14 ਸਾਲ ਦੀ ਕੁੜੀ ਨਾਲ ਰੇਪ ਕਰਕੇ ਤਾਂ ਸਜ਼ਾ ਕੀ ਦਿੱਤੀ ਆ ਰਾਸ਼ਟਰਵਾਦ ਨੇ? ਤੁਸੀਂ ਦੇਖੋ, ਰਾਸ਼ਟਰਵਾਦ ਸਜ਼ਾ ਕੀ ਦਿੰਦਾ? ਉਹ ਕੈਂਪ ਨੂੰ ਚੇਂਜ ਕਰ ਦਿੰਦਾ ਆ ਕਿ ਇੱਥੇ ਹੁਣ ਹੋਰ ਕੈਂਪ ਲੈ ਆਓ, ਚਲੋ ਜੇ ਉਹ ਇੱਥੇ ਕਰ ਗਏ ਨੇ ਤੇ ਇਹ ਕੈਂਪ ਚੇਂਜ ਕਰ ਦਿਓ। ਇਹਨਾਂ ਦੀ ਜਿਹੜੇ ਕਹਿੰਦੇ ਨੇ ਭਾਰਤ ਮਾਤਾ ਦੀ ਜੈ, ਉਸ ਭਾਰਤ ਮਾਤਾ ਦੀ ਜੈ ਦੇ ਨਾਅਰੇ ਥੱਲੇ ਤੇ ਜਿਹੜੇ ਇਨਕਲਾਬ ਜਿੰਦਾਬਾਦ ਦੀਆਂ ਝੰਡੀਆਂ ਲੈ ਕੇ ਘੁੰਮਦੇ ਨੇ, ਕਦੀ ਇਹਨਾਂ ਨੇ ਪੰਜਾਬ ਤੋਂ ਬਾਹਰ ਜਾਂ ਉਹਨਾਂ ਸੂਬਿਆਂ 'ਚ ਜਾ ਕੇ ਕਦੀ ਕੋਈ ਪੜਤਾਲ ਕੀਤੀ ਆ ਵੀ ਲੋਕਾਂ ਨਾਲ ਇੱਥੇ ਕੀ ਹੋ ਰਿਹਾ ਆ, ਸਾਡੇ ਨਾਲ ਕੀ ਹੋਇਆ, ਸਾਡੀਆਂ ਧੀਆਂ ਨਾਲ ਕੀ ਹੋਇਆ, ਸਾਡੇ ਨਾਲ ਦਿੱਲੀ 'ਚ ਕੀ ਹੋਇਆ? ਇਹ ਕਿਹੜੇ ਰਾਸ਼ਟਰਵਾਦ ਦੀ ਗੱਲ ਕਰਦੇ ਨੇ? ਫਿਰ ਸਾਨੂੰ ਕਹਿਣਗੇ ਤੁਸੀਂ ਕਹੋ ਆਜ਼ਾਦ ਭਾਰਤ ਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ ਹੈ? ਤੁਹਾਡਾ ਸਰਦਾਰ ਮੁੱਖ ਮੰਤਰੀ, ਤੁਹਾਡਾ ਸਰਦਾਰ, ਤੁਹਾਡਾ ਪ੍ਰਧਾਨ ਮੰਤਰੀ, ਤੁਹਾਡਾ ਸਰਦਾਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਤੁਸੀਂ ਦੱਸੋ ਉਹ ਮੁਸਲਮਾਨ ਜਿਹਦੇ ਸਾਹਮਣੇ ਮਸਜਿਦ ਢਹਿ ਕੇ ਮੰਦਰ ਬਣ ਜੇ, ਉਹਨੂੰ ਮੁਸਲਮਾਨ ਕੌਣ ਕਹੂਗਾ? ਤੁਸੀਂ ਉਹਨੂੰ ਗਿਆਨੀ ਜੈਲ ਸਿੰਘ ਕਿਵੇਂ ਕਹੋਗੇ ਜਿਹਦੇ ਦਸਤਾਂ ਹੇਠ ਸੱਚਖੰਡ ਦਰਬਾਰ ਸਾਹਿਬ ਨੂੰ ਢਾਹ ਦਿੱਤਾ ਜਾਏ? ਅਸੀਂ ਉਹਨਾਂ ਨੂੰ ਕਿਵੇਂ? ਠੀਕ ਹੈ, ਉਸ ਪੱਗਾਂ ਦੇ ਵਿੱਚ ਸਿਰ ਪਸਾਏ ਇੱਕ ਸਿੱਖ ਹੋ ਸਕਦੇ ਨੇ। ਜੇ ਇਹ ਹੀ ਗੱਲ ਸਾਡੇ ਮਨਾਂ 'ਚ ਹੁੰਦੀ ਤਾਂ ਫਿਰ ਅਸੀਂ ਕਹਿੰਦੇ ਵੀ KPS ਗਿੱਲ ਸਿੱਖ ਹੈ, ਇਹਨੂੰ ਕਿਉਂ ਮਾਰਿਆ ਜਾਏ, ਭਾਵੇਂ ਜ਼ੁਲਮ ਕਰੀ ਜਾਏ। ਇਹਨਾਂ ਦੇ ਵਾਸਤੇ ਜਿਹੜਾ ਰਾਸ਼ਟਰਵਾਦੀ ਆ ਉਹ ਜ਼ੁਲਮ ਕਰੀ ਹੈ ਤਾਂ ਉਹਨੇ ਰਾਸ਼ਟਰਵਾਦੀ ਰਹਿਣਾ। ਪਰ ਸਾਡੇ ਮਨਾਂ ਦੇ ਵਿੱਚ ਇਹ ਗੱਲ ਆ ਕਿ ਚਾਹੇ ਉਹ ਸਿੱਖ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਜਿਹੜਾ ਜ਼ਾਲਮ ਹੈ ਉਹ ਜ਼ਾਲਮ ਹੀ ਹੈ। ਤੁਹਾਡੀ ਸੈਪਰੇਟ ਸਟੇਟ ਦੀ ਲੜਾਈ ਹੈ, ਖਾਲਸਾ ਰਾਜ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਸੈਪਰੇਟ ਸਟੇਟ ਹੈ, ਜਾਂ ਤੁਹਾਨੂੰ ਲੱਗਦਾ ਇੱਥੇ ਰਹਿ ਕੇ ਖਾਲਸਾ ਰਾਜ ਸਥਾਪਿਤ ਹੋ ਸਕਦਾ? ਨਹੀਂ, ਸਾਡੇ ਜਿਹੜੇ ਹੱਕ ਤੇ ਹਕੂਕ ਨੇ ਉਹ ਇਹਨਾਂ ਨੇ ਸੁਰੱਖਿਅਤ ਨਹੀਂ ਕੀਤੇ। ਇਸੇ ਕਰਕੇ ਸਾਨੂੰ ਇਸ ਚੀਜ਼ ਦੀ ਲੋੜ ਪਈ ਕਿ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਵੱਖਰੇ ਕਰ ਦਿਓ। ਇਸੇ ਕਰਕੇ ਜਿਹੜਾ ਬੰਦਾ ਇਸ ਦੇਸ਼ ਦੀ ਆਜ਼ਾਦੀ ਲਈ ਜਿਹੜੀ ਕੌਮ ਨੇ ਸਭ ਤੋਂ ਵੱਧ ਖੂਨ ਵਹਾਇਆ, ਉਹਨਾਂ ਦੇ ਹੀ ਸਭ ਤੋਂ ਪਵਿੱਤਰ ਸਥਾਨ ਦੇ ਉੱਤੇ ਫੌਜ ਚਾੜੀ ਹੈ, ਔਰ ਉਹਨੂੰ ਫਿਰ ਇਹਨਾਂ ਦੇ ਹੀ ਜਿਹੜੇ ਸਾਡੀ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਗੱਲ ਕਰਦੇ ਨੇ, ਤੁਸੀਂ ਉਹ ਸੇਮ ਲਾਈਨਸ ਦੇ ਉੱਤੇ ਹੋ ਸੈਪਰੇਟ ਸਟੇਟ ਨੂੰ ਲੈ ਕੇ? ਨਹੀਂ, ਮੈਂ ਵੇਖੋ, ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਦਾ। ਸਰਦਾਰ ਮਾਨ ਜਿਹੜੇ ਨੇ ਉਹਨਾਂ ਦਾ ਇੱਕ ਆਪਣਾ ਸੰਘਰਸ਼ ਆ,
ਉਹ ਪੋਲੀਟੀਕਲ ਤੌਰ 'ਤੇ ਲੜ ਰਹੇ ਨੇ, ਮੈਂ ਪੋਲੀਟੀਕਲ ਨਹੀਂ ਲੜਿਆ। ਸੁਣੋ ਮੇਰੀ ਗੱਲ, ਅਸੀਂ ਤਾਂ ਦਰਬਾਰ ਸਾਹਿਬ 'ਤੇ ਹਮਲਾ ਹੋਣ ਤੋਂ ਬਾਅਦ ਸਾਨੂੰ ਇੰਜ ਲੱਗਾ ਕਿ ਹੁਣ ਇਦੋਂ ਅੱਗੇ ਕੀ ਹੋਣਾ ਆ। ਜਦ ਸਾਡੀਆਂ ਧੀਆਂ ਨਹੀਂ ਸੇਫ, ਸਾਡੀਆਂ ਇੱਜ਼ਤਾਂ ਨਹੀਂ ਸੇਫ, ਸਾਡੇ ਆਰਮੀ 'ਚ ਰਹੇ ਹੋਏ ਬੰਦੇ ਵੀ ਨਹੀਂ ਸੇਫ, ਉਹਨਾਂ ਨੂੰ ਵੀ ਤੁਸੀਂ ਦਿੱਲੀ ਕਿਸੇ ਸਟੇਸ਼ਨ ਦੇ ਉੱਤੇ ਅੱਗ ਲਾ ਕੇ ਸਾੜ ਦਿੰਦੇ ਹੋ, ਤਾਂ ਫਿਰ ਅਸੀਂ ਸੇਫ ਕਿੱਥੇ ਹਾਂ? ਫਿਰ ਅਸੀਂ ਸੇਫ ਤਾਂ ਹਾਂ ਕਿ ਸਾਨੂੰ ਸਾਡੀ ਵੱਖਰੀ ਸਟੇਟ, ਅਸੀਂ ਇਕੱਲਾ ਇਹ ਨਹੀਂ, ਸਾਨੂੰ ਇਹਨਾਂ ਨੇ ਕਿਹਾ ਸੀ ਤੁਹਾਨੂੰ ਵੱਖਰੀ ਸਟੇਟ ਦਿਆਂਗੇ, ਸਾਨੂੰ ਇਹਨਾਂ ਨੇ ਕਿਹਾ ਸੀ ਤੁਹਾਨੂੰ ਵੱਖਰਾ ਉਹ ਖਿੱਤਾ ਦਿਆਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋ। ਆਹ ਆਜ਼ਾਦੀ ਦਾ ਨਿੱਘ ਆ ਕਿ ਜਿੱਥੇ ਸਾਡੀਆਂ 14-14 ਸਾਲਾਂ ਦੀਆਂ ਕੁੜੀਆਂ ਨੂੰ ਇਹਨਾਂ ਦੀ ਰਾਸ਼ਟਰਵਾਦ ਦੇ ਥੱਲੇ, ਇਹਨਾਂ ਦੇ ਝੰਡਿਆਂ ਦੇ ਥੱਲੇ ਸਾਡੀਆਂ ਧੀਆਂ ਨਾਲ ਰੇਪ ਹੋਇਆ ਹੋਵੇ। ਇਹ ਰਾਸ਼ਟਰਵਾਦ ਹੈ ਜਿੱਥੇ ਇਹਨਾਂ ਦੇ ਪੁਲਿਸ ਅਫਸਰ ਵਰਦੀ ਪਾ ਕੇ ਕਹਿਣ ਵੀ ਇਹ ਝੋਟੀਆਂ ਤੁਰੀਆਂ ਜਾਂਦੀਆਂ ਨੇ ਤੇ ਸਾਹਣ ਕਿੰਨੇ ਨੇ ਨਾਲ। ਇਹ GBS ਸਿੱਧੂ ਰਾਜ ਚੀਫ ਆਪਣੀ ਇੰਟਰਵਿਊ ਦੇ ਵਿੱਚ ਕਹਿੰਦਾ ਇਸ ਰਾਸ਼ਟਰਵਾਦ ਨੂੰ ਅਸੀਂ ਕਿਵੇਂ ਪੁੱਜੀਏ। ਇਸ ਕਰਕੇ ਇਹ ਸਾਡੀ ਲੋੜ ਨਹੀਂ ਸੀ, ਸਾਡੀ ਲੋੜ ਇਹਨਾਂ ਨੇ ਬਣਾ ਦਿੱਤੀ ਆ। ਕਿਉਂਕਿ ਅਸੀਂ ਜੇ ਇਸ ਦੇਸ਼ ਨੂੰ ਨਫ਼ਰਤ ਕਰਦੇ ਹੁੰਦੇ, ਜੇ ਇਸ ਕੰਟਰੀ ਨੂੰ ਨਫ਼ਰਤ ਕਰਦੇ, ਜੇ ਅਸੀਂ ਹਿੰਦੂ ਕੌਮ ਤੋਂ ਨਫ਼ਰਤ ਕਰਦੇ ਹੁੰਦੇ ਤੇ ਫਿਰ ਅਸੀਂ ਜਿਨ੍ਹਾਂ ਨਾਲ ਰਹਿੰਦੇ। ਅਸੀਂ ਇਹਨਾਂ 'ਤੇ ਵਿਸ਼ਵਾਸ ਕੀਤਾ, ਇਹਨਾਂ ਨੇ ਸਾਡਾ ਵਿਸ਼ਵਾਸਘਾਤ ਕੀਤਾ ਆ। ਇਹ ਵਿਸ਼ਵਾਸਘਾਤੀ ਨੇ, ਇਹ ਅੱਜ ਮੰਨ ਵਾਲੇ ਕੱਲ੍ਹ ਮੰਨ, ਇਸ ਗੱਲ 'ਚੋਂ ਹੀ ਸਾਰੀ ਸਾਨੂੰ ਇਹਨਾਂ ਨੇ ਕਵਰਾਂ 'ਚ ਧੱਕਿਆ, ਸਾਨੂੰ ਇਹਨਾਂ ਨੇ ਹੱਥਾਂ 'ਚ ਹਥਿਆਰ। ਇਹ ਗੌਰਮੈਂਟ ਤੁਸੀਂ ਪਰ ਤੁਸੀਂ ਇਸ ਗੱਲ ਦੀ ਕਲੈਰਿਟੀ ਨਹੀਂ ਦਿੱਤੀ ਕਿ ਮੈਂ ਜਿਵੇਂ ਕਿਹਾ ਸੀ, ਤੁਸੀਂ ਸ਼ੁਰੂ 'ਚ ਗੱਲ ਕੀਤੀ ਕਿ ਖਾਲਸਾ ਰਾਜ ਤੁਸੀਂ ਚਾਹੁੰਦੇ ਹੋ, ਤਾਂ ਉਸ ਖਾਲਸਾ ਰਾਜ ਦਾ ਮਤਲਬ ਕਿ ਭਾਰਤ ਦੇ ਇਹ ਭਾਰਤ ਮੁਲਕ ਦੇ ਵਿੱਚ ਰਹਿ ਕੇ ਉਹ ਤੁਸੀਂ ਅਚੀਵ ਕਰ ਸਕਦੇ ਹੋ, ਜਾਂ ਤੁਹਾਡਾ ਮਤਲਬ ਇਹੀ ਹੈ ਕਿ ਤੁਸੀਂ ਸੈਪਰੇਟ ਸਟੇਟ ਚਾਹੁੰਦੇ ਹੋ? ਨਹੀਂ, ਵੇਖੋ ਅਸੀਂ ਸੈਪਰੇਟ ਚਾਹੁੰਦੇ ਹਾਂ, ਇਸ ਕਰਕੇ ਚਾਹੁੰਦੇ ਹਾਂ ਕਿ ਜਦੋਂ ਤੁਹਾਨੂੰ ਫਿਰ ਉੱਥੇ ਹੀ ਆਉਣਾ ਪਊਗਾ ਕਿ ਸੈਪਰੇਟ ਸਟੇਟ ਅਸੀਂ ਪਹਿਲਾਂ ਨਹੀਂ ਸੀ ਮੰਗਦੇ। ਸੈਪਰੇਟ ਸਟੇਟ ਤਾਂ ਉਹਨਾਂ ਹੱਕਾਂ ਦੀ ਜੰਗ 'ਚੋਂ ਹੀ ਨਿਕਲੀ ਹੈ ਨਾ। ਸੈਪਰੇਟ ਸਟੇਟ ਐਵੇਂ ਤਾਂ ਨਹੀਂ ਅਸੀਂ ਮੰਗੀ, ਇਹ ਤਾਂ ਗੱਲ ਹੀ ਨਹੀਂ ਹੋਈ। ਗੱਲ ਤਾਂ ਇੱਥੋਂ ਚੱਲੀ, ਸਾਡੇ ਪਾਣੀ, ਸਾਡੇ ਰਿਸੋਰਸਸ, ਸਾਡੇ ਪੰਜਾਬੀ ਬੋਲਦੇ ਇਲਾਕੇ, ਸਾਡੀ ਮਾਂ ਬੋਲੀ, ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਜਿਹੜੀਆਂ ਬਿਲਕੁਲ ਜਾਇਜ਼ ਸੀ, ਉਹਨਾਂ ਨੂੰ ਇੱਕ ਅੜੀਅਲ ਪ੍ਰਧਾਨ ਮੰਤਰੀ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਕੁਚਲਿਆ। ਉਸ ਤੋਂ ਬਾਅਦ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਹਦੇ ਵਿੱਚੋਂ ਇਹ ਗੱਲ ਨਿਕਲੀ ਕਿ ਅਸੀਂ ਹੁਣ ਤੁਹਾਡੇ ਨਾਲ ਨਹੀਂ ਰਹਿਣਾ, ਅਸੀਂ ਨਹੀਂ ਤੁਹਾਡੇ ਨਾਲ ਰਹਿਣਾ। ਜਦੋਂ ਤੁਸੀਂ ਇਹ ਹੁਣ ਤੁਸੀਂ ਤੁਹਾਡੇ ਫਾਦਰ ਤੁਹਾਡੀ ਘਰ ਵਾਲੀ ਨੂੰ ਚੁੱਕ ਕੇ ਲੈ ਜਾਣਾ, ਤੁਹਾਡੇ ਬੱਚਿਆਂ ਨੂੰ ਮਾਰ ਦੇਣਾ, ਤੁਹਾਡੀ ਸਭ ਤੋਂ ਮੁਕੱਦਸ ਜਗ੍ਹਾ ਦੇ ਉੱਤੇ ਟੈਂਕ ਚੜ੍ਹਾ ਦੇਣਾ, ਤੁਸੀਂ ਸਾਰੀ ਪੰਚਾਇਤ ਦੁਨੀਆ ਦੀ ਇਕੱਠੀ ਹੋ ਕੇ ਵੀ ਆ ਜੇ, ਤੁਸੀਂ ਕਹੋਗੇ ਕਿ ਮੈਂ ਹੁਣ ਆਪਣੇ ਪਿਓ ਨਾਲ ਰਵਾਂਗਾ ਜਾਂ ਮੈਂ ਆਪਣੇ ਵੱਡੇ ਭਰਾ ਨਾਲ ਰਵਾਂਗਾ ਜਾਂ ਜਿਨ੍ਹਾਂ ਨਾਲ ਮੈਂ ਸਾਂਝਾ ਸੀ ਹੁਣ ਮੇਰੇ ਨਾਲ ਕੋਈ ਸੀਰ ਰਹੂਗਾ। ਜਦ ਇਸ ਹੱਦ ਤੱਕ ਗੱਲ ਹੀ ਚਲੀ ਜਾਏ, ਜਦ ਛੋਟੇ ਬੱਚਿਆਂ ਨੂੰ ਫੜ ਕੇ ਉਸ ਮੁਕੱਦਸ ਥਾਂ ਦੇ ਉੱਤੇ ਬ੍ਰਸ਼ਟ ਮਾਰੇ ਜਾਣ, ਉਹ ਗੱਲਾਂ ਕਿਹਨੇ ਲਿਖੀਆਂ ਨੇ? ਉਹ ਆਰਮੀ ਜਰਨਲਾਂ ਨੇ ਲਿਖੀਆਂ ਨੇ, ਉਹ ਗੱਲਾਂ ਇਹਨਾਂ ਦੇ DCਆਂ ਨੇ ਲਿਖੀਆਂ ਨੇ, ਉਹ ਪੱਤਰਕਾਰਾਂ ਨੇ ਲਿਖੀਆਂ ਨੇ, ਉਹ ਸਤੀਸ਼ ਜੈਕਬ ਵਰਗਿਆਂ ਨੇ ਲਿਖੀਆਂ ਨੇ। ਅਸੀਂ ਤਾਂ ਨਹੀਂ ਉਹ ਲਿਖੀਆਂ ਜੋ ਕੁਛ ਉੱਥੇ ਦਰਬਾਰ ਸਾਹਿਬ। ਤੁਹਾਨੂੰ ਲੱਗਦਾ ਉਸ ਰਵੱਈਏ 'ਚ ਕੋਈ ਤਬਦੀਲੀ ਆਈ ਹੈ ਜੋ 30 ਸਾਲ ਪਹਿਲਾਂ ਵਾਪਰਿਆ ਔਰ ਹੁਣ ਦੀ ਜੋ ਅਪਰੋਚ ਹੈ, ਕੀ ਉਹਦੇ ਪ੍ਰਤੀ ਕੋਈ ਤਬਦੀਲੀ ਆਈ ਹੈ? ਜਿਹੜੇ ਖੱਲ ਬਚਾਉਣ ਵਾਲੇ ਲੋਕ ਹੁੰਦੇ ਨੇ ਉਹ ਤਬਦੀਲੀਆਂ ਦੱਸਦੇ ਨੇ। ਤਬਦੀਲੀ ਦਾ ਮਤਲਬ ਇਹ ਹੁੰਦਾ ਆ ਕਿ ਤੁਹਾਡੇ ਨਾਲ ਸਟੇਟ ਕਿਵੇਂ ਵਰਤਾਰਾ ਕਰ ਰਹੀ ਆ। ਸਟੇਟ ਇੱਕ ਕੰਧ ਦੇ ਉੱਤੇ ਕੋਈ ਬੰਦਾ ਸਲੋਗਨ ਲਿਖਦਾ ਆ ਤੇ ਉਹਨੂੰ ਚੁੱਕ ਕੇ ਜੇਲ੍ਹ 'ਚ ਠੋਕ ਦਿੰਦੀ ਆ, ਪਰ ਇੱਥੇ ਕਿਸੇ ਘੱਟ ਗਿਣਤੀ ਦੀ ਔਰਤ ਨੂੰ ਮੋਨਾ ਕਰਕੇ, ਉਹਦੇ ਵਾਲ ਕੱਟ ਕੇ, ਉਹਦੇ ਗੁਪਤਾਂ ਜਾਂ ਮਿਰਚਾਂ ਪਾ ਕੇ ਤੇ ਉਹਨੂੰ ਸੜਕ 'ਤੇ ਘੁਮਾ ਕੇ ਤੇ ਉਹ ਸੁਸਾਈਡ ਕਰ ਲੈਂਦੀ ਆ। ਉਦੋਂ ਤਾਂ ਦਿੱਲੀ ਨਹੀਂ ਬਲਦੀ ਹੈਗੀ। ਇਹ ਜੇ ਕੱਲ੍ਹ ਦੀ ਗੱਲ ਆ, ਦਿੱਲੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਇਆ ਆ, ਉਹਨਾਂ ਬੰਦਿਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਸਾਡਾ ਮਤਲਬ ਇਹ ਆ ਵੀ ਇਹ ਅਪਰਾਧ ਉਸ ਅਪਰਾਧ ਨਾਲੋਂ ਵੱਡਾ ਜਾਂ ਛੋਟਾ ਆ। ਇਸ ਗੱਲ ਨੂੰ ਕਿਸੇ ਹੋਰ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਆ, ਪਰ ਇਹਦਾ ਇਹ ਮਤਲਬ ਨਹੀਂ ਵੀ 10 ਬੰਦੇ ਫੜੇ ਵੀ ਉਹਨਾਂ ਨੇ ਖਾਲਿਸਤਾਨ ਕੰਧ 'ਤੇ ਲਿਖਦਾ। ਸੁਪਰੀਮ ਕੋਰਟ ਦਾ ਕਹਿੰਦਾ ਵੀ ਤੁਸੀਂ ਗੱਲ ਕਰ ਸਕਦੇ ਹੋ, ਤੁਸੀਂ ਬੋਲ ਸਕਦੇ ਹੋ, ਫਿਰ ਇਹ ਲਿਖ ਵੀ ਕਿਉਂ ਨਹੀਂ ਸਕਦੇ? ਜੋ ਤੁਸੀਂ ਕੀਤਾ ਹਥਿਆਰਬੰਦ ਲਹਿਰ ਦੇ ਵਿੱਚ ਬਹੁਤ ਸਾਰੇ ਲੋਕ ਤੁਹਾਡੇ ਹੱਥੋਂ ਮਾਰੇ ਵੀ ਗਏ ਹੋ ਸਕਦੇ ਆ। ਤੁਸੀਂ ਰਾਮ ਰਹੀਮ ਦੇ ਉੱਤੇ ਵੀ ਅਟੈਕ ਕੀਤਾ, ਕੀ ਇਹ ਐਕਟ ਆਫ ਟੈਰਰਿਜ਼ਮ ਮੰਨਦੇ ਹੋ? ਨਹੀਂ, ਦੇਖੋ ਇੱਥੇ ਦੋ ਗੱਲਾਂ ਨੇ। ਆਪਾਂ ਸ਼ੁਰੂ ਤੋਂ ਜੇ ਗੱਲ ਕਰਨੀ ਹੈ ਵੀ ਕਿਹੜੇ ਬੰਦੇ ਮਾਰੇ ਜਾਂ ਕਿਉਂ ਮਾਰੇ, ਜਾਂ ਰਾਮ ਰਹੀਮ ਦੀ ਵੀ ਗੱਲ ਕਰਨੀ, ਮੈਂ ਤੁਹਾਨੂੰ ਉਹ ਵੀ ਦੱਸ ਦੇਣਾ। ਕੀ ਐਕਟ ਆਫ ਟੈਰਰਿਜ਼ਮ ਹੈ ਜਾਂ ਨਹੀਂ, ਮੈਂ ਇਹ ਪੁੱਛ ਰਿਹਾ ਤੁਹਾਡੇ ਮੁਤਾਬਕ। ਇਹਨੂੰ ਖੋਲਣਾ ਪਊਗਾ ਨਾ, ਤੁਸੀਂ ਇਹਨੂੰ ਐਕਟ ਆਫ ਟੈਰਰਿਜ਼ਮ ਮੰਨਦੇ ਹੋ ਕਿ ਨਹੀਂ? ਇਹਨੂੰ ਖੋਲਣਾ ਪਊਗਾ ਵੀ ਇਹਨੂੰ ਟੈਰਰਿਜ਼ਮ ਕਿਵੇਂ ਕਿਹਾ ਜਾ ਸਕਦਾ ਆ। ਟੈਰਰਿਜ਼ਮ ਉਹਨੂੰ ਕਿਹਾ ਜਾਊਗਾ ਜਿਹੜਾ ਬੰਦਾ ਇਸ ਕੰਟਰੀ ਦੇ ਵਿੱਚ ਆਪਣੇ ਅਸੂਲਾਂ ਮੁਤਾਬਕ ਜਿਉਂ ਰਿਹਾ ਆ ਤੇ ਅਸੀਂ ਉਹਨੂੰ ਜਾ ਕੇ ਮਾਰ ਦਿੰਦੇ ਆ। ਜਿਹੜਾ ਬੰਦਾ ਇੱਕ ਵੱਡੀ ਉੱਚੀ ਥਾਂ ਤੇ ਬਹਿ ਕੇ ਕਬੱਡੀ ਖੇਡਦੀਆਂ ਕੁੜੀਆਂ ਦੇ ਵਿੱਚੋਂ ਇਹ ਗੱਲ ਸਿਲੈਕਟ ਕਰਦਾ ਵੀ ਕਿਹੜੀ ਕੁੜੀ ਸੋਹਣੀ ਆ ਤੇ ਉਹਨੂੰ ਆਪਣੇ ਹਰਮ 'ਚ ਲਿਜਾ ਕੇ ਉਹਦੇ ਨਾਲ ਬਲਾਤਕਾਰ ਕਰਦਾ ਆ, ਤੇ ਸਟੇਟ ਉਹਨੂੰ ਫੜਦੀ ਨਹੀਂ ਹੈਗੀ, ਸਟੇਟ ਉਹਨੂੰ Z+ ਸਿਕਿਉਰਿਟੀ ਦਿੰਦੀ ਆ, ਸਟੇਟ ਉਹਦੇ ਘਰਾਓ ਕਰਨ ਤੇ ਸਾਡੇ ਬੰਦੇ ਮਾਰ ਦਿੰਦੀ ਆ, ਤਾਂ ਫਿਰ ਸਾਡੇ ਕੋਲ ਰਾਹ ਕੀ ਰਹਿ ਜਾਂਦਾ ਆ? ਗੁਰੂ ਗ੍ਰੰਥ ਸਾਹਿਬ ਵਾਲਾ ਤੁਹਾਡੇ ਸਾਹਮਣੇ ਆ। 7 ਸਾਲ ਹੋ ਗਏ ਨੇ
ਇੰਨਾ ਕੁਝ ਮਹੀਨਿਆਂ ਦੇ ਵਿੱਚ 5 ਤਾਂ ਇਹਨਾਂ ਨੇ ਐਡਵੋਕੇਟ ਜਨਰਲ ਹੀ ਚੇਂਜ ਕਰ ਦਿੱਤੇ ਨੇ। ਸਾਨੂੰ ਇਨਸਾਫ ਜਦੋਂ ਨਹੀਂ ਦੇਣਗੇ ਤਾਂ ਫਿਰ ਉਹਦੇ ਚੋਂ ਇਹ ਗੱਲਾਂ ਸੁਭਾਵਿਕ ਹੀ ਨਿਕਲਣਗੀਆਂ ਜੀ। ਮੇਰਾ ਸਵਾਲ ਫਿਰ ਤੁਸੀਂ ਜਵਾਬ ਨਹੀਂ, ਹਾਂ ਜਾਂ ਨਾ ਜਵਾਬ ਨਹੀਂ ਦਿੱਤਾ। ਕਿਵੇਂ ਜੀ? ਮੈਨੂੰ ਪੰਜਾਬੀ 'ਚ ਸਮਝਾਓ। ਕੀ ਤੁਸੀਂ ਇਹਨੂੰ ਅੱਤਵਾਦ ਮੰਨਦੇ ਹੋ ਜਾਂ ਨਹੀਂ? ਨਹੀਂ ਮੰਨਦਾ ਜੀ, ਬਿਲਕੁਲ ਨਹੀਂ ਮੰਨਦਾ। ਅੱਤਵਾਦ ਅੱਤਵਾਦ ਸ਼ਬਦ ਹੀ ਗਲਤ ਹੈ। ਅੱਤਵਾਦ ਤਾਂ ਸ਼ਬਦ ਹੀ ਜੋ ਗਲਤ ਹੈ। ਕਸ਼ਮੀਰ 'ਚ ਵਾਪਰ ਰਿਹਾ ਹੈ ਤੇ ਕਸ਼ਮੀਰੀ ਲੋਕ ਜੋ ਲੜਾਈ ਲੜ ਰਹੇ ਨੇ, ਹਰ ਰੋਜ਼ ਉੱਥੇ ਜੋ ਵਿਅਕਤੀ ਮਾਰੇ ਜਾਂਦੇ ਨੇ ਔਰ ਬਾਅਦ 'ਚ ਇਹ ਖਬਰ ਆਉਂਦੀ ਹੈ ਕਿ ਇੰਨੇ ਅੱਤਵਾਦੀ ਮਾਰਤੇ, ਤੁਸੀਂ ਉਸ ਨਾਲ ਵੀ ਸਹਿਮਤ ਨਹੀਂ ਹੈਗੇ? ਨਹੀਂ, ਮੈਨੂੰ ਤੇ ਅੱਤਵਾਦੀ ਸ਼ਬਦ ਤੋਂ ਹੀ ਘਿਰਨਾ ਆ। ਪਹਿਲੀ ਗੱਲ ਸੁਣ ਲਓ ਇੱਕ ਮਿੰਟ, ਕਿ ਜੰਮੂ ਕਸ਼ਮੀਰ ਦੀ ਲੜਾਈ ਹੋ ਕਿਉਂ ਰਹੀ ਆ? ਆਪਾਂ ਉੱਥੇ ਆਏ ਨਾ ਜਿੱਥੇ ਗੱਲ ਚੱਲ ਰਹੀ ਆ। ਆਪਾਂ ਇਸ ਗੱਲ ਤੇ ਕਿਉਂ ਨਹੀਂ ਆਉਂਦੇ ਵੀ ਗੱਲ ਪੈਦਾ ਕਿਉਂ ਹੋਈ ਆ? ਜਦੋਂ ਦਾ ਝੰਡਾ ਵੱਖਰਾ ਝੂਲਦਾ ਸੀ, ਜਦੋਂ ਸੁਤੰਤਰ ਸੀਗੇ, ਉਹਨਾਂ ਨੂੰ ਆਪਣੇ ਕਬਜ਼ੇ ਹੇਠ ਕਰ ਲਿਆ। ਉਹਨਾਂ ਦੀਆਂ ਜੋ ਕੁਛ ਉਸ ਕੌਮ ਨਾਲ ਹੋ ਰਿਹਾ ਆ ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ, ਤੁਸੀਂ ਸੋਚ ਵੀ ਨਹੀਂ ਸਕਦੇ, ਤੁਸੀਂ ਉੱਥੇ ਪਹੁੰਚ ਵੀ ਨਹੀਂ ਸਕਦੇ, ਕੋਈ ਕਵਰੇਜ ਨਹੀਂ ਕਰ ਸਕਦੇ ਸੱਚੀ ਸੁੱਚੀ ਕਿਵੇਂ ਸਾਡੇ ਲੋਕਾਂ ਨੂੰ ਆਰਮੀ ਨੇ ਮਾਰ ਕੇ ਤੇ ਉਹਨਾਂ ਦਾ ਨਾਂ ਲਾਤਾ ਤੇ ਕਹਿ ਦਿੱਤਾ ਕਿ ਅੱਤਵਾਦੀਆਂ ਨੇ ਮਾਰੇ ਨੇ। ਹੁਣ ਉਸ ਆਰਮੀ ਨੂੰ ਅੱਤਵਾਦੀ ਕਿਉਂ ਨਹੀਂ ਕਹਿੰਦਾ ਇਹ ਰਾਸ਼ਟਰਵਾਦ? ਛੱਤੀ ਸਿੰਘਪੁਰਾ ਦੇ ਵਿੱਚ ਜਿਵੇਂ ਸਾਡੇ ਬੰਦੇ ਮਾਰ ਕੇ ਇਹਨਾਂ ਨੇ, ਆਰਮੀ ਨੇ ਮਾਰ ਕੇ ਤੇ ਨਾਂ ਲਾਤਾ ਕਸ਼ਮੀਰੀ ਖਾੜਕੂਆਂ ਦਾ, ਤੇ ਉਹਨਾਂ ਨੂੰ ਕਿਹਾ ਵੀ ਅੱਤਵਾਦੀ ਕਰ ਆਇਆ। ਜਿਆਦਾ ਗੱਲ ਪ੍ਰੂਫ ਹੋ ਗਈ ਆ ਕਿ ਉਹ ਖਾੜਕੂਆਂ ਨੇ ਨਹੀਂ ਮਾਰੇ, ਫਿਰ ਜਿਨ੍ਹਾਂ ਨੇ ਮਾਰੇ ਨੇ ਉਹ ਇਹ ਮੀਡੀਆ ਚੀਕ ਕੇ ਉਹਨਾਂ ਨੂੰ ਕਿਉਂ ਨਹੀਂ ਕਹਿੰਦਾ ਕਿ ਆਰਮੀ ਦਾ ਅੱਤਵਾਦੀ ਕਰ ਆ? ਕਿਉਂ ਨਹੀਂ ਕਹਿੰਦੇ ਜੀ? ਅਖੰਡ ਭਾਰਤ ਦਾ ਕਨਸੈਪਟ ਨਹੀਂ ਜੱਚਦਾ ਤੁਹਾਨੂੰ? ਕਿਵੇਂ ਜੱਚਦਾ ਤੁਸੀਂ ਦੱਸੋ? ਕਿਵੇਂ ਜੱਚਦਾ? ਅਖੰਡਤਾ ਨਹੀਂ ਜੱਚਦੀ ਕਿ ਇਹੀ ਤਾਂ ਗੱਲ ਹੈ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਲਈ ਕਿਸੇ ਸੋਨੀ ਸੌਰੀ ਨੂੰ ਥਾਣੇ ਦੇ ਵਿੱਚ ਲਿਜਾ ਕੇ ਉਹਦੇ ਗੁਪਤ ਅੰਗਾਂ 'ਚ ਜਿਹੜੇ ਪੱਥਰ ਧੱਕ ਦਿੱਤੇ ਜਾਣ। ਔਰ ਇੱਕ ਸਿਤਮ ਦੀ ਗੱਲ, ਮੈਂ ਜਿਹੜੀ ਬੁੱਕ ਫੜੀ ਆ ਇਹ ਕਿਸੇ ਕਾਮਰੇਡ ਨੇ ਨਹੀਂ ਲਿਖੀ ਜਾਂ ਕਿਸੇ ਇਹਨਾਂ ਦੇ ਚੈਨਲ ਨੇ ਨਹੀਂ ਲਿਖੀ, ਇਹ ਵੀ ਇੱਕ ਉਸ ਪੀੜ ਚੋਂ ਨਿਕਲੇ ਹੋਏ ਬਲਜੀਤ ਸਿੰਘ ਖਾਲਸਾ ਨੇ ਲਿਖੀ ਆ। ਤਾਂ ਇਹਦੀ ਜਿਹੜਾ ਟਾਈਟਲ ਆ ਉਹ ਹੈ ਬਲਾਤਕਾਰੀ ਪੁਲਿਸ ਫੋਰਸਾਂ। ਬਲਾਤਕਾਰੀ ਪੁਲਿਸ ਫੋਰਸਾਂ। ਜਿਸ ਸਟੇਟਾਂ ਦੇ ਵਿੱਚ ਆਰਮੀ ਦੇ ਇਸ ਜ਼ੁਲਮ ਤੋਂ ਤੰਗ ਆ ਕੇ ਸੈਂਕੜੇ ਔਰਤਾਂ 2003-4 ਦੇ ਵਿਚਾਲੇ ਜੇ ਆਪਣੇ ਸਾਰੇ ਕੱਪੜੇ ਲਾਹ ਕੇ ਤੇ ਸੜਕ ਦੇ ਉੱਤੇ ਨੰਗੀਆਂ ਤੁਰ ਪੈਣ ਤੇ ਆਰਮੀ ਨੂੰ ਚੀਕ ਕੇ ਆਵਾਜ਼ਾਂ ਮਾਰਨ ਕੇ ਸਾਡੇ ਨਾਲ ਕਰੋ ਬਲਾਤਕਾਰ, ਉਹਨੂੰ ਅਖੰਡ ਭਾਰਤ ਕਹਿੰਦੇ ਆਪਾਂ। ਅਖੰਡ ਭਾਰਤ ਦੀ ਪਰਿਭਾਸ਼ਾ ਇਹ ਪਹਿਲਾਂ ਸਿੱਖਣ ਕੇ ਲੋਕਾਂ ਨੂੰ ਨਿਆਂ ਦੇਣਾ ਆ, ਫਿਰ ਇਹ ਗੱਲਾਂ ਟਲਣਗੀਆਂ। ਜਿੰਨਾ ਚਿਰ ਲੋਕਾਂ ਨਾਲ ਨਿਆਂ ਨਹੀਂ ਹੋਊਗਾ, ਤੁਸੀਂ ਆਪਣੇ ਆਪ 'ਚ ਕਿੰਨੇ ਸ਼ਰਮ ਦੀ ਗੱਲ ਹੈ ਕਿ ਇੱਕ ਔਰਤਾਂ ਨੰਗੀਆਂ ਹੋ ਕੇ ਇਸ ਗੱਲ ਹੀ ਤੁਰ ਪੈਂਦੇ ਨੇ। ਕੱਪੜੇ ਲਾਣੇ ਜਿਹੜੇ ਨੇ ਕਿਸੇ ਔਰਤ ਲਈ ਇਹ ਮਰਨ ਤੋਂ ਕਿਤੇ ਜ਼ਿਆਦਾ ਔਖਾ ਆ। ਔਰ ਸੜਕ ਤੇ ਤੁਰਨਾ ਔਰ ਆਵਾਜ਼ਾਂ ਮਾਰਨੀਆਂ, ਸਿਤਮ ਦੀ ਗੱਲ। ਮੱਕੜ ਸਾਹਿਬ ਤੁਹਾਡਾ 2 ਘੰਟੇ ਖੜੇ ਹੋ ਜਾਣਗੇ। ਇੱਕ BBC ਦੀ ਰਿਪੋਰਟ ਆ ਕਿ ਇੱਕ ਘਰ ਦੇ ਵਿੱਚ ਆਰਮੀ ਰੇਡ ਕਰਦੀ ਆ। ਰੇਡ ਕਰਨ ਸਮੇਂ ਇਹਨਾਂ ਨੇ ਇੱਕ ਸਿਲਵਾ ਜੁੱਡਮ ਇੱਦਾਂ ਕੋਈ ਬਣਾਇਆ ਸੀਗਾ, ਜਿਵੇਂ ਇੱਥੇ ਪੰਜਾਬ 'ਚ ਰਾਤਰੀ ਗਲਬਾ ਆਪਰੇਸ਼ਨ ਚਲਾਇਆ ਸੀ, ਇੱਦਾਂ ਉੱਥੇ ਵੀ ਇੱਕ ਚਲਾਇਆ ਸੀ, ਜਿਵੇਂ ਇੱਥੇ ਕੈਟ ਸਿਸਟਮ ਚਲਾਇਆ ਸੀ। ਇਹ ਜਾਂਦੇ ਨੇ ਉਹਨਾਂ ਦੇ ਘਰ ਤੇ ਉੱਥੇ ਕੀ ਵਹਿੰਦੇ ਨੇ, ਉੱਥੇ ਪੁੱਛਦੇ ਨੇ ਵੀ ਤੇਰੀ ਸ਼ਾਦੀ ਹੋਈ ਆ? ਉਹ ਇਹ ਮੰਨਦੇ ਨੇ ਵੀ ਜਿਹੜੀਆਂ ਕੁੜੀਆਂ ਦਾ ਵਿਆਹ ਹੋਇਆ ਆ ਉਹ ਕੁੜੀਆਂ ਜਿਹੜੀਆਂ ਨੇ ਉਹ ਨਕਸਲੀ ਨਹੀਂ ਹਨ। ਉਹ ਕਹਿੰਦੇ ਨੇ ਵੀ ਇਹਦਾ ਪਤਾ ਕਿਵੇਂ ਕੀਤਾ ਜਾਏ? ਇੱਕ ਕੁਆਰੀ ਕੁੜੀ ਨੂੰ ਕਿਵੇਂ ਚੈੱਕ ਕਰਦੇ ਨੇ? ਇਹ BBC ਦੀ ਰਿਪੋਰਟ ਆ ਔਰ ਮੈਂ ਦਾਅਵੇ ਨਾਲ ਇਹ ਗੱਲ ਕਹਿ ਰਿਹਾ, ਮੈਂ ਕੋਲੋਂ ਨਹੀਂ ਬਣਾ ਰਿਹਾ। ਉਹਨਾਂ ਦੀਆਂ ਛਾਤੀਆਂ ਨੂੰ ਫੜ ਕੇ ਵਿੱਚੋਂ ਦੁੱਧ ਕੱਢ ਕੇ ਨਿਚੋੜ ਕੇ ਵਹਿੰਦੇ ਨੇ ਵੀ ਇਹ ਕੁੜੀ ਵਿਆਹੀ ਆ ਕਿ ਕੁਆਰੀ ਆ। ਇਹ ਹੈ ਅਖੰਡ ਭਾਰਤ ਤੇ ਇਹ ਇਹਨਾਂ ਦਾ ਝੂਠਾ ਰਾਸ਼ਟਰਵਾਦ ਆ। ਇਹਦੇ ਉੱਤੇ ਮੇਰੇ ਨਾਲ ਬਹਿਸ ਕਰਨ ਆ ਕੇ ਅਸੀਂ ਉਹ ਤਾਂ ਸਿੱਖ ਨਹੀਂ, ਉਹ ਤਾਂ ਮੇਰੇ ਮਾਮੇ ਚਾਚੇ ਦੀ ਕੁੜੀ ਨਹੀਂ ਹੈ, ਮੈਂ ਉਹਦੇ ਲਈ ਵੀ ਉਨਾ ਹੀ ਤੜਫ ਰਿਹਾ। ਜੇ ਬਲਜੀਤ ਸਿੰਘ ਨੇ ਉਹਨਾਂ ਦੀ ਬੁੱਕ ਲਿਖੀ ਆ, ਉਹ ਇੱਕ ਸਿੱਖ ਹੈ ਔਰ ਇਸ ਵਿਚਾਰਧਾਰਾ ਦਾ ਹੈ। ਔਰ ਉਸ ਵਿਚਾਰਧਾਰਾ ਵਾਲਾ ਬੰਦਾ ਵੀ ਕਿਸੇ ਦੂਜੀ ਕੌਮ ਦੀ ਧੀ ਨਾਲ ਜਦੋਂ ਇਸ ਤਰ੍ਹਾਂ ਹੁੰਦਾ ਹੈ ਤੇ ਅਸੀਂ ਉਹ ਅੱਜ ਵੀ ਉੱਥੇ ਹੀ ਆ ਜਿੱਥੇ ਜੱਸਾ ਸਿੰਘ ਆਲੂਵਾਲੀ ਸੀ, ਜਿੱਥੇ ਬਾਬਾ ਬਘੇਲ ਸਿੰਘ ਸੀ, ਅਸੀਂ ਉੱਥੇ ਹੀ ਅੱਜ ਵੀ। ਮੈਂ ਦੁਬਾਰਾ ਉਸ ਸਵਾਲ ਵੱਲ ਜਾਣਾ ਚਾਹੁੰਦਾ। ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਵੀ ਨਹੀਂ ਕਹਿ ਰਹੇ ਪਰ ਸ਼ਹੀਦ ਦਾ ਦਰਜਾ ਵੀ ਨਹੀਂ ਦੇ ਰਹੇ। ਨਹੀਂ, ਇਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਆ ਕਿ ਇਹ ਸਵਾਲ ਮੇਰੇ ਤੋਂ ਵੱਡਾ ਆ, ਪਰ ਮੈਂ ਕਿਸੇ ਵੀ ਬਾਗੀ ਬੰਦੇ ਨੂੰ ਅੱਤਵਾਦੀ ਕਹਿਣਾ ਮੈਂ ਆਪਣੇ ਮੁਤਾਬਕ ਨਹੀਂ ਠੀਕ ਸਮਝਦਾ। ਪਰ ਮੇਰੇ ਤੋਂ ਕਿਸੇ ਵੀ ਕੌਜ਼ ਵਾਸਤੇ ਬਾਗੀ ਹੋਵੇ ਜਾਂ ਹਕੂਮਤਾਂ ਦੇ ਖਿਲਾਫ ਲੜਨ ਵਾਲਾ ਕਿਸੇ ਬੰਦਾ ਕੌਜ਼ ਲਈ ਨਹੀਂ। ਮਤਲਬ ਤੁਸੀਂ ਸੋਚਦੇ ਹੋ ਕਿ ਕਿਸੇ ਜਰ ਜ਼ਮੀਨ ਲਈ ਕੋਈ ਬਾਗੀ ਹੋ ਜੇ, ਉਹ ਬਾਗੀ ਥੋੜਾ ਹੋਊਗਾ। ਬਾਗੀ ਸ਼ਬਦ ਹੀ ਇਹਦੇ ਚੋਂ ਆਇਆ ਕਿ ਜਿਹੜਾ ਸਰਕਾਰਾਂ ਜਿੱਥੇ ਇਨਸਾਫ ਨਾ ਕਰਦੀਆਂ ਹੋਣ ਉਹਨਾਂ ਦੇ ਜ਼ੁਲਮ ਤੋਂ, ਜਿਹਨੂੰ ਅੱਤਵਾਦ ਸਰਕਾਰਾਂ ਦੇ ਅੱਤਵਾਦ ਦੇ ਜ਼ੁਲਮ ਤੋਂ ਤੰਗ ਆ ਕੇ ਬੰਦਾ
ਜਦੋਂ ਉਹਨੂੰ ਹੱਕ ਨਾ ਮਿਲਦੇ ਹੋਣ, ਜਦੋਂ ਉਹਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ, ਫਿਰ ਚੂੰਕਾਰ ਅਜ ਹਮਾ ਹੀਲਤੇ ਵਾਲੀ ਜਿਹੜੇ ਗੁਰੂ ਸਾਹਿਬ ਦੇ ਬਚਨ ਨੇ, ਜਦੋਂ ਉਹਦੇ ਉੱਤੇ ਉਹਦੀ ਕਸਵੱਟੀ ਤੇ ਪੂਰਾ ਉਤਰਦਾ ਹੋਏ, ਮੈਂ ਉਹਨਾਂ ਦੇ ਨਾਲ। ਤੁਸੀਂ ਕਿਹਾ ਕਿ ਹਕੂਮਤ ਨੇ ਕਦੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਊਧਮ ਸਿੰਘ ਨੂੰ ਵੱਡਾ ਨਾਇਕ ਦੇ ਤੌਰ ਤੇ ਨਾ ਪੇਸ਼ ਹੋਣ ਦਿੱਤਾ, ਨਾ ਉਹਨਾਂ ਵੱਡਾ ਬਣਾਇਆ ਜਿੰਨਾ ਭਗਤ ਸਿੰਘ ਦਾ ਕਿਰਦਾਰ ਸਿਰਜ ਦਿੱਤਾ ਗਿਆ ਜੀ। ਕੀ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀਆਂ ਹਕੂਮਤਾਂ ਔਰ ਪੰਜਾਬ ਦੇ ਖਾਸ ਤੌਰ ਤੇ ਸਿੱਖ ਚਿੰਤਕ ਜਿਹੜੇ ਉਹ ਕਸੂਰਵਾਰ ਨਹੀਂ ਹੈਗੇ ਕਿ ਉਹਨਾਂ ਨੇ ਵੀ ਪੈਰਲਲ ਉਹਦੇ ਤੇ ਉਹਨਾਂ ਕੰਮ ਨਹੀਂ ਕੀਤਾ ਜਿੰਨਾ ਹੋ ਜਾਣਾ ਚਾਹੀਦਾ ਸੀ? ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਲੈਫਟ ਵਾਲੇ ਨੇ, ਜਿਹੜੇ ਕਾਮਰੇਡ ਨੇ, ਉਹਨਾਂ ਨੇ ਇੱਕ ਚੀਜ਼ਾਂ ਸਿਰਜੀਆਂ ਨੇ। ਅੱਜ ਚਾਹੇ ਉਹ ਮੈਨੂੰ ਹੁਣ ਫੇਸਬੁੱਕਾਂ ਦੇ ਚੈਨਲ ਤੇ ਥੱਲੇ ਗਾਲਾਂ ਵੀ ਕੱਢਣਗੇ, ਉਹਨਾਂ ਨੇ ਇੱਕ ਚੀਜ਼ ਸਿਰਜ ਦਿੱਤੀ। ਤੁਸੀਂ ਦੇਖੋ ਕਿ ਜਦ ਦੀਪ ਸਿੱਧੂ ਆਉਂਦਾ, ਮੈਂ ਨੇੜੇ ਦੀ ਗੱਲ ਕਰਦਾ, ਉਹਦੇ ਤੇ ਸੰਪਾਦਕੀਆਂ ਲਿਖੀਆਂ ਜਾਂਦੀਆਂ ਨੇ ਦੀਪ ਸਿੱਧੂ ਤੇ, ਵੀ ਮਤਲਬ ਇਹ ਬੰਦਾ ਫਿੱਟ ਕੀਤਾ ਗਿਆ, ਏਜੰਸੀਆਂ ਦਾ ਇੱਕ ਘਾਟ ਕੜੀ ਜਾਂਦੀ ਹੈ। ਲੋਕਾਂ ਦੇ ਮਨਾਂ ਦੇ ਵਿੱਚ ਇੱਕ ਚੀਜ਼ ਉੱਕਰ ਦਿੱਤੀ ਜਾਂਦੀ ਹੈ ਵੀ ਇਹ ਬੰਦਾ ਗਲਤ ਹੀ ਹੈ, ਉਹਨੂੰ ਇੰਨੀ ਵਾਰੀ ਗਲਤ ਕਹਿ ਦਿੱਤਾ, ਚਾਰੇ ਪਾਸਿਓਂ ਲਿਖ ਲਿਖ ਕੇ ਸਿਰਜ ਦਿੱਤਾ। ਉਸ ਤਰ੍ਹਾਂ ਹੀ ਭਗਤ ਸਿੰਘ ਨੂੰ ਨਾਇਕ ਸਿਰਜ ਦਿੱਤਾ ਤੇ ਬਾਕੀ ਸਾਰਿਆਂ ਦੇ ਉੱਤੇ ਮਿੱਟੀ ਪਾਈ ਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਹੁਣ ਤੁਸੀਂ ਲੋਕੀ ਕਹਿੰਦੇ ਵੀ ਸਿੱਖ ਨਾਇਕਾਂ ਦੀ ਗੱਲ ਕਰਦੇ ਆ, ਮੈਂ ਹਿੰਦੂ ਨਾਇਕਾਂ ਦੀ ਵੀ ਗੱਲ ਕਰਾਂਗਾ ਕਿ ਅੱਜ ਕਿੰਨੇ ਕੁ ਲੋਕਾਂ ਨੂੰ ਪਤਾ ਆ ਕਿ ਜਿਸ ਭਗਤ ਸਿੰਘ ਨੂੰ ਇੱਕ ਲੜਕੀ ਨੇ ਉਹ ਸਾਉਂਡਰਸ ਦੇ ਕਤਲ ਤੋਂ ਬਾਅਦ ਕੱਢ ਕੇ ਲਿਆਂਦਾ, ਉਹਦਾ ਨਾਂ ਸੀ ਦੁਰਗਾ ਦੇਵੀ। ਔਰ ਦੁਰਗਾ ਦੇਵੀ ਬਿਮਾਰੀ ਦੀ ਹਾਲਤ ਦੇ ਵਿੱਚ ਇਸੇ ਕੰਟਰੀ ਦੇ ਵਿੱਚ ਤਰਾਸ ਕੇ ਮਰ ਜਾਂਦੀ ਆ। ਉਹਦੀ ਜੀਵਨੀ ਦੀ ਇੱਕ ਬੁੱਕ ਲਿਖੀ ਆ ਤੇ ਉਹ ਇਹਨਾਂ ਨੂੰ ਚਿੱਠੀ ਲਿਖਦੀ ਆ, ਇਹ ਜਿਹੜੇ ਰਾਸ਼ਟਰਵਾਦੀ ਨੇ, ਕਿ ਮੇਰੀ ਇੱਕ ਜੀਵਨੀ ਛਾਪ ਦਿਓ। ਕਿਉਂ? ਉਹ ਲੇਡੀਜ਼ ਜਿਹੜੀ ਇੱਕ ਕ੍ਰਾਂਤੀਕਾਰੀ ਸੀ, ਜਿਹੜੀ ਅੰਗਰੇਜ਼ ਦੀ ਬਾਗੀ ਸੀ, ਜਿਹਨੇ ਇੰਨਾ ਕਸ਼ਟ ਝੱਲਿਆ, ਉਹਨੂੰ ਤਰਲੇ ਕਰਨੇ ਪੈਣ ਰਾਸ਼ਟਰਵਾਦੀਆਂ ਦੇ ਅੱਗੇ ਵੀ ਮੇਰੀ ਇੱਕ ਬੁੱਕ ਛਾਪ ਦਿਓ। ਇਹ ਰਾਸ਼ਟਰਵਾਦੀ ਇਸ ਤਰੀਕੇ ਦੇ ਨੇ। ਕਿਉਂ? ਉਸ ਬੰਦੇ ਨੇ ਜਦੋਂ ਭਗਤ ਸਿੰਘ ਜੇਲ੍ਹ 'ਚ ਆ ਤੇ ਉਹ ਬੰਬ ਤਿਆਰ ਕਰਦੇ, ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਉਹ ਬਲਾਸਟ ਹੋ ਜਾਂਦਾ, ਉੱਥੇ ਮਾਰੇ ਜਾਂਦੇ ਨੇ। ਤੁਸੀਂ ਮੈਨੂੰ ਦੱਸੋ ਕਿ ਕਿੰਨੀਆਂ ਕੁ ਸੰਸਦ ਦੇ ਵਿੱਚ ਚੰਦਰ ਸ਼ੇਖਰ ਆਜ਼ਾਦ ਦੀਆਂ ਫੋਟੋਆਂ ਲੱਗੀਆਂ ਨੇ, ਕਿੰਨੀਆਂ ਕੁ ਰਾਜਗੁਰੂ ਦੀਆਂ ਲੱਗੀਆਂ ਨੇ, ਕਿੰਨੀਆਂ ਕੁ BK ਦੱਤ ਦੀਆਂ ਲੱਗੀਆਂ ਨੇ। ਮੈਂ ਇਹ ਕਹਿੰਦਾ ਵੀ ਇੱਕ ਗਾਇਕ ਨੇ ਜਦੋਂ ਇਹ ਲਾਈਨਾਂ ਪੜ੍ਹੀਆਂ ਹੋਣਗੀਆਂ, ਉਹਨੇ ਇਤਿਹਾਸ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਵੱਡੇ ਵੱਡੇ ਜਿਹੜੇ ਇਤਿਹਾਸਕਾਰ ਸਨ ਉਹਨਾਂ ਨੂੰ ਮਜਬੂਰ ਹੋ ਗਏ ਇਤਿਹਾਸ ਦੀ ਖੋਜ ਕਰਨ ਲਈ। ਜਦੋਂ ਉਹਨੇ ਇਹ ਗੱਲ ਕਹੀ ਕਿ ਭਗਤ ਸਿੰਘ ਆ ਗਿਆ, ਸਰਾਭਾ ਕਿੱਥੇ ਰਹਿ ਗਿਆ, ਇਹ ਗੱਲ ਬੱਬੂ ਮਾਨ ਨੇ ਲਿਖਿਆ ਇਹ ਗੱਲ, ਹਾਂਜੀ ਉਹਨੇ ਗਾਈ। ਇਹ ਗੱਲ ਇਹਨਾਂ ਨੂੰ ਗਵਾਰਾ ਨਹੀਂ ਹੋਈ ਕਿ ਭਗਤ ਸਿੰਘ ਤਾਂ ਆ ਗਿਆ ਆ, ਸਰਾਭੇ ਨੂੰ ਕਿੱਥੇ ਛੱਡ ਕੇ ਆਏ ਹੋ, ਕਿਹੜੀ ਮਿੱਟੀ ਥੱਲੇ ਦਫਨ ਕਰਕੇ ਆਏ ਹੋ ਉਹਨਾਂ ਸ਼ਹੀਦਾਂ ਨੂੰ। ਇਹ ਸਵਾਲ ਸੀਗਾ ਔਰ ਇਹ ਸਵਾਲ ਤਾਂ ਹੈ ਕਿ ਇਹਨਾਂ ਨੇ ਕੀ ਇੰਡੀਵਿਜੂਅਲ ਨੂੰ ਵੱਡਾ ਕਰਕੇ ਜੋ ਸਿਆਸਤ ਦੇਸ਼ ਦੇ ਵਿੱਚ ਸਿਰਜੀ ਗਈ, ਸ਼ਿਵਾਜੀ ਮਰਾਠਾ ਤੋਂ ਲੈ ਕੇ ਸਾਵਰਕਰ ਤੱਕ ਨਾਇਕ ਬਣਾ ਕੇ ਤੇ ਉਹਦੇ ਤੇ ਸਿਆਸਤ ਹੁੰਦੀ ਰਹੀ ਹੈ ਦੇਸ਼ ਦੇ ਵਿੱਚ, ਕੀ ਪੰਜਾਬ ਨੂੰ ਕੋਈ ਐਸੇ ਇੱਕ ਨਾਇਕ ਦੀ ਹੁਣ ਲੋੜ ਮਹਿਸੂਸ ਹੋਈ ਜਾ ਕੇ ਕਿ ਅੱਜ ਭਗਤ ਸਿੰਘ ਤੇ ਚਰਚਾ ਹੋ ਰਹੀ ਹੈ, ਜਦੋਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਉਹ ਸਾਡਾ ਨਾਇਕ ਸੀਗਾ? ਕਿ ਜਿਹੜੇ ਤੁਸੀਂ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ ਔਰ ਤੁਸੀਂ ਕਹਿੰਦੇ ਹੋ ਕਿ ਉਸ ਰਾਜ ਦੇ ਵਿੱਚ ਗੁਰੂ ਨਾਨਕ ਦੀ ਫਿਲਾਸਫੀ ਸਰਵਉੱਚਮ ਹੈ, ਉਸ ਤੋਂ ਬਾਅਦ ਕਿਸੇ ਹੋਰ ਇੰਡੀਵਿਜੂਅਲ ਨੂੰ ਨਾਇਕ ਦੇ ਤੌਰ ਤੇ ਵੱਡਾ ਬਣਾ ਕੇ ਪੇਸ਼ ਕਰਨ ਦੀ ਲੋੜ ਮਹਿਸੂਸ ਹੈਗੀ ਹੈ ਕੋਈ ਤੁਹਾਨੂੰ? ਨਹੀਂ, ਮੈਨੂੰ ਨਹੀਂ ਲੋੜ ਹੈਗੀ, ਸਾਨੂੰ ਨਹੀਂ ਲੋੜ ਹੈਗੀ। ਮੈਂ ਕਹਿੰਦਾ ਉਹਨਾਂ ਨੇ ਲੋੜ ਮਹਿਸੂਸ ਕੀਤੀ। ਤਕਲੀਫ ਕਿਉਂ ਹੈ ਕਿਸ ਚੀਜ਼ ਦੀ? ਜੇ ਫਿਰ ਭਗਤ ਸਿੰਘ ਦੇ ਵੱਡੇ ਹੋਣ ਨਾਲ ਤਕਲੀਫ ਕਿਉਂ ਹੈ? ਭਗਤ ਸਿੰਘ ਦੀ ਵਿਚਾਰਧਾਰਾ ਨੂੰ ਵੱਡੇ ਕਰਕੇ ਜਿਹੜੀ ਅਸਲ ਵਿਚਾਰਧਾਰਾ ਸੀ ਉਹਨੂੰ ਪਾਸੇ ਕਰਨ ਦੀ ਖਿੱਚ ਹੈ ਇੱਕ ਸਾਡੇ ਵਿੱਚ ਕਿ ਕਿਉਂ ਇਹ ਹੋ ਰਿਹਾ ਆ। ਜਦ ਤੁਸੀਂ ਦੋਨੋਂ ਬੰਦੇ ਫਾਂਸੀ ਚੜ੍ਹਦੇ ਹੋ, ਦੋਨੋਂ ਬੰਦੇ ਇਕੱਠੇ ਫਾਂਸੀ ਵੀ ਚੜ੍ਹਦੇ ਹੋ, ਜਿਹੜੇ 3 ਫਾਂਸੀ ਚੜ੍ਹੇ ਹਨ ਦੂਜੇ ਕਿੱਥੇ ਨੇ? ਕਿਉਂਕਿ ਉਹਨਾਂ ਨੇ ਕੁਝ ਲਿਖਿਆ ਨਹੀਂ, ਉਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਸੀ ਹੈਗੀ, ਉਹ ਤਾਂ ਸਿਰਫ ਇੱਕ ਜਜ਼ਬੇ 'ਚੋਂ ਆ ਕੇ ਤੇ ਉਹ ਫਾਂਸੀ ਚੜ੍ਹ ਗਏ। ਭਗਤ ਸਿੰਘ ਇੱਕ ਵਿਚਾਰਧਾਰਾ ਸੀਗੀ, ਭਗਤ ਸਿੰਘ ਨੇ ਇੱਕ ਵਿਚਾਰਧਾਰਾ ਦੇ ਨਾਲ ਸਾਂਝ ਪਾਈ। ਭਗਤ ਸਿੰਘ ਨੇ ਸੈਮਨ ਕਮਿਸ਼ਨ ਦਾ ਵਿਰੋਧ ਕੀਤਾ, ਭਗਤ ਸਿੰਘ ਨੇ ਪੰਜਾਬੀ ਵਰਗੀਆਂ ਭਾਸ਼ਾਵਾਂ ਦਾ ਵਿਰੋਧ ਕੀਤਾ। ਸੋ ਇਹ ਗੱਲਾਂ ਉਹਦੇ ਜੀਵਨ ਦੇ ਇਰਦ ਗਿਰਦ ਸੀਗੀਆਂ, ਤਾਂ ਇਹਨਾਂ ਨੂੰ ਉਹ ਪਿਆਰਾ ਲੱਗਾ, ਉਹਦੀ ਇਤਿਹਾਸ ਨੂੰ ਉੱਚਿਆਂ ਕੀਤਾ। ਸਾਵਰਕਰ ਦੀ ਵੀ ਤੁਸੀਂ ਗੱਲ ਕੀਤੀ ਆ, ਕੀ ਉਹ ਬੰਦਾ ਨਾਇਕ ਹੋ ਸਕਦਾ ਹੈ ਜਿਹੜਾ ਮੈਨੂੰ ਨਾਂ ਭੁੱਲ ਗਿਆ, ਹੰਸਰਾਜ ਰਹਿਬਰ ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ ਨੇ ਗਾਂਧੀ ਬੇਨਕਾਬ ਇੱਕ ਬੁੱਕ ਲਿਖੀ ਆ, ਉਹਦੇ ਵਿੱਚ ਜਾਂ 1-2 ਹੋਰ ਬੁੱਕਾਂ ਨੇ, ਪੰਜਾਬ ਦਾ ਇਤਿਹਾਸ ਆ, ਉਹਦੇ ਵਿੱਚ ਵੀ ਉਹ ਕਹਿੰਦਾ ਹੈ ਕਿ ਸ਼ਿਵਾਜੀ ਨੂੰ ਸਾਵਰਕਰ ਕਹਿੰਦਾ ਕਿ ਜਦੋਂ ਮੁਗਲਾਂ ਨਾਲ ਲੜੇ ਤੇ ਉਹਨਾਂ ਦੀਆਂ ਬੇਗਮਾਂ ਲੈ ਕੇ ਆਂਦੀਆਂ, ਕਹਿੰਦਾ ਇਹ ਗੱਲ ਨਹੀਂ ਮੈਨੂੰ ਸਮਝ ਆਉਂਦੀ ਹੈਗੀ ਵੀ ਉਹਨਾਂ ਔਰਤਾਂ ਨੂੰ ਛੱਡ ਕਿਉਂ ਦਿੱਤਾ ਗਿਆ, ਉਹਨਾਂ ਨਾਲ ਰੇਪ ਕਿਉਂ ਨਹੀਂ ਕੀਤਾ, ਕਿਉਂ ਛੱਡ ਦਿੱਤੇ ਗਏ
ਹੁਣ ਉਹਦੀ ਅੰਤਰਾਤਮਾ ਕੀ ਹੈ? ਕੀ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਨਾਇਕ ਸਿਰਜ ਸਕਦੇ ਹੋ? ਕਿਸੇ ਵੀ ਕੌਮ ਦੀਆਂ ਔਰਤਾਂ ਹੋਣ, ਸਾਡੇ ਗੁਰੂ ਸਾਹਿਬ ਦੇ ਬੱਚੇ ਜਿਹੜੇ ਜ਼ੁਲਮ ਦੇ ਖਿਲਾਫ ਲੜਦੇ ਨੀਹਾਂ 'ਚ ਚਿਣੇ ਗਏ, ਉਹਨਾਂ ਦੀਆਂ ਬੇਗਮਾਂ ਨੂੰ ਵੀ ਬਾਇਜ਼ਤ ਘਰਾਂ 'ਚ ਪਹੁੰਚਾਇਆ ਗਿਆ, ਉਹਨਾਂ ਦੇ ਵੀ ਗਲ 'ਚ ਹੱਥ ਨਹੀਂ ਕਿਸੇ ਨੇ ਪਾਇਆ। ਤੇ ਫਿਰ ਇਹ ਉਹਨਾਂ ਲੋਕ, ਇਹ ਝੂਠੇ ਨਾਇਕ ਸਿਰਜਣ ਇਹਨਾਂ ਦੀ ਆਦਤ ਆ। ਹੁਣ ਤੁਸੀਂ ਦੱਸੋ, ਬਾਬਾ ਪੰਜਾਬ ਬਘੇਲ ਸਿੰਘ ਦੀ ਇੱਕ ਐਗਜ਼ਾਮਪਲ ਹੈ, ਜਦੋਂ ਦਿੱਲੀ ਦਾ ਤਖਤ ਉਹ ਜਿੱਤਦੇ ਸਮਰੂ ਬੇਗਮ, ਸਮਰੂ ਬੇਗਮ, ਬਿਲਕੁਲ। ਸ਼ਾਹ ਆਲਮ ਸਰਕਾਰ ਦੀ ਜਿਹੜੀ ਗੱਲ ਆ, ਇੱਕ ਗੱਲ ਕਿ ਮੇਰਾ ਤੂੰ ਭਰਾ ਆ ਤੇ ਸਾਨੂੰ ਆ ਚੀਜ਼ ਚਾਹੀਦੀ ਆ, ਇਹ ਗੱਲ ਹੋ ਸਕਦੀ ਆ? ਉਹ ਦਿੱਲੀ ਦਾ ਤਖਤ ਛੱਡ ਕੇ ਆ ਜਾਂਦੇ, ਉਹ ਤਖਤੇ ਤਾਊਸ ਲੈ ਕੇ ਤੇ ਉਹ ਛੱਡ ਕੇ ਆ ਜਾਂਦੇ ਨੇ। ਤੁਸੀਂ ਦੇਖੋ ਫਿਰ ਉਹ ਲੋਕ ਨਾਇਕ ਨਹੀਂ, ਕਿੰਨੇ ਕੁ ਮੁਗਲਾਂ ਦੇ ਨਾਲ ਅੱਜ ਇਹ ਇਸਲਾਮ ਤੋਂ ਕਿੰਨੀ ਨਫ਼ਰਤ ਕਰਦੇ ਨੇ, ਮੁਸਲਮਾਨਾਂ ਨੂੰ ਕਿਵੇਂ ਆਪਣੇ ਚੈਨਲਾਂ ਉੱਤੇ ਸਾਰਾ ਕੁਝ ਸਿਰਜਦੇ ਨੇ। ਪਰ ਉਹਨਾਂ ਮੁਗਲਾਂ ਨਾਲ ਲੜਨ ਲਈ ਤੇ ਉਹ ਸਾਰੇ ਰਾਹ ਦਰੇ ਖੈਬਰ ਤੱਕ ਬੰਦ ਕਰਨ ਲਈ, ਇਸ ਕੰਟਰੀ ਨੂੰ ਸੇਫ ਕਰਨ ਲਈ ਜਿਨ੍ਹਾਂ ਨੇ ਸਭ ਤੋਂ ਵੱਡਾ ਰੋਲ ਅਦਾ ਕੀਤਾ, ਉਹਨਾਂ ਲੋਕਾਂ ਦੀ ਉਹ ਲੋਕ ਨਾਇਕ ਕਿਉਂ ਨਹੀਂ ਹੈਗੇ? ਜਦੋਂ ਲੜਾਈ ਇਕੱਠੀ ਲੜੀ ਗਈ, ਕਿਉਂ ਬੱਬਰ ਅਕਾਲੀ ਨਾਇਕ ਨਹੀਂ? ਸਾਨੂੰ ਭਗਤ ਸਿੰਘ ਇਹ ਨਹੀਂ ਵੀ ਉਹ ਨਾਇਕ ਕਿਉਂ ਹੈ ਤੇ ਕਿਵੇਂ ਹੈ, ਅਸੀਂ ਕਹਿੰਦੇ ਹਾਂ ਵੀ ਬਾਕੀ ਜਿਹੜੀ ਵਿਚਾਰਧਾਰਾ ਸੀਗੀ, ਉਸ ਵਿਚਾਰਧਾਰਾ ਨੂੰ ਦੱਬ ਕੇ ਉਹਦੇ ਉੱਤੇ ਇੱਕ ਰਾਸ਼ਟਰਵਾਦ ਨੂੰ ਜਿਹੜੀ ਸੂਟ ਕਰਦੀ ਸੀ ਗੱਲ, ਉਸ ਗੱਲ ਨੂੰ ਉੱਪਰ ਚੁੱਕਿਆ ਗਿਆ। ਤੇ ਜਿਹੜੇ ਹੁਣ ਇੱਥੇ ਦੋ ਸਵਾਲ ਨੇ, ਇੱਕ ਤਾਂ ਗਾਂਧੀ ਆ, ਇੱਕ ਭਗਤ ਸਿੰਘ ਆ, ਇੱਕ ਵਿਚਾਰਧਾਰਾ ਗਾਂਧੀ ਦੀ ਆ, ਇੱਕ ਵਿਚਾਰਧਾਰਾ ਭਗਤ ਸਿੰਘ ਦੀ ਆ, ਤੇ ਦੋਨੇ ਹੀ ਰਾਸ਼ਟਰਵਾਦੀ ਨੇ। ਹੁਣ ਸੁਣ ਲਓ ਗੱਲ, ਦੋਨਾਂ ਦੇ ਪੈਰੋਕਾਰ ਜਿਹੜੇ ਨੇ, ਦੋਨਾਂ ਦੇ ਪੈਰੋਕਾਰ ਰਾਸ਼ਟਰਵਾਦੀ ਨੇ। ਪਰ ਭਗਤ ਸਿੰਘ ਨੂੰ ਅੰਗਰੇਜ਼ ਫਾਂਸੀ ਚੜਾ ਦਿੰਦੇ ਨੇ ਤੇ ਗਾਂਧੀ ਨੂੰ RSS ਵਾਲੇ ਮਾਰ ਦਿੰਦੇ ਨੇ। ਹੁਣ ਇਹਨਾਂ ਦੇ ਵਿੱਚ ਨਖੇੜਾ ਕੌਣ ਕਰੂਗਾ ਵੀ ਰਾਸ਼ਟਰਵਾਦੀ ਕੌਣ ਸੀ? ਵੱਡਾ ਕੌਣ ਹੈ? ਸ਼ਹੀਦ ਭਗਤ ਸਿੰਘ ਆ, ਠੀਕ ਹੈ, ਤੇ ਦੂਜਾ ਮਹਾਤਮਾ ਗਾਂਧੀ ਆ, ਤੇ ਉਹਨੂੰ ਅੰਗਰੇਜ਼ ਫਾਂਸੀ ਚੜਾ ਦਿੰਦੇ ਨੇ। ਤੇ ਇਸ ਬੰਦੇ ਨੂੰ ਇਹਨਾਂ ਦਾ ਹੀ ਬੰਦਾ ਮਾਰ ਕੇ ਮਾਣ ਮਹਿਸੂਸ ਕਰਦਾ ਤੇ ਫਾਂਸੀ ਚੜ੍ਹਦਾ ਆ। ਹੁਣ ਇਹਨਾਂ ਦੋਨਾਂ ਚੋਂ ਇਹਨਾਂ ਨੇ ਫੈਸਲਾ ਕਰਨਾ ਆ। ਤੇ ਅੱਜ ਤੱਕ ਮੈਂ ਕੱਲ ਪਰਸੋਂ 5 ਕੁ ਦਿਨਾਂ ਦੀ ਗੱਲ ਹੈ, ਹਰਿਆਣੇ ਦੇ ਵਿੱਚ ਇੱਕ ਇੰਸਪੈਕਟਰ ਜਿਹੜਾ ਜਾਂ DSP ਦਾ ਕਤਲ ਹੋ ਜਾਂਦਾ ਆ, ਉਹਦੇ ਉੱਤੇ ਹਰਿਆਣਾ ਸਟੇਟ ਉਹਨੂੰ ਸ਼ਹੀਦੀ ਦਾ ਦਰਜਾ ਦਿੰਦੀ ਆ। ਹੁਣ ਇੱਕ DSP ਜਿਹੜਾ ਆ, ਕਿਸੇ ਲੜਾਈ ਦੇ ਵਿੱਚ ਜਿੱਥੇ ਖਨਨ ਜਿਹਨੂੰ ਆਪਾਂ ਕਹਿੰਦੇ ਆ ਰੇਤਾਂ ਦੀਆਂ ਖੱਡਾਂ, ਮਾਈਨਿੰਗ, ਉੱਥੇ ਉਹ ਮਾਰਿਆ ਜਾਂਦਾ ਆ ਤੇ ਉਹਨੂੰ ਦਿੰਦੇ ਨੇ ਸ਼ਹੀਦੀ ਦਾ ਦਰਜਾ। ਤੇ ਹਰਿਆਣਾ ਵਿਧਾਨ ਸਭਾ 'ਚ ਸ਼ਹੀਦੀ ਦਾ ਦਰਜਾ ਭਗਤ ਸਿੰਘ ਨੂੰ ਕਦੋਂ ਦੇਣਾ ਇਹਨਾਂ ਨੇ? ਮਸਲਾ ਇਹ ਆ ਕਿ ਇਹ ਝੂਠੇ ਰਾਸ਼ਟਰਵਾਦ ਦੇ ਨਾਇਕਾਂ ਨੂੰ ਉਸਾਰ ਤਾਂ ਰਹੇ ਨੇ, ਪਰ ਦਿਲੋਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ ਹੈਗੇ। ਇੱਕ ਗੱਲ ਚੰਨਨ ਸਿੰਘ ਨੂੰ ਲੈ ਕੇ ਵੀ ਹੋਈ ਕਿ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਚੰਨਨ ਸਿੰਘ ਨੂੰ ਮਾਰ ਦਿੱਤਾ, ਅੰਮ੍ਰਿਤਧਾਰੀ ਸਿੰਘ ਮਾਰ ਦਿੱਤਾ। ਤੁਸੀਂ ਜਦੋਂ ਸੰਘਰਸ਼ ਦੇ ਦੌਰਾਨ ਰਹੇ ਹੋ, ਬੜੇ ਸਾਰੇ ਐਸੇ ਲੋਕ ਕੀ ਤੁਹਾਡੇ ਇਸ ਸੰਘਰਸ਼ 'ਚ ਵੀ ਬਲੀ ਦਾ ਬੱਕਰਾ ਬਣੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ, ਜਾਂ ਤੁਸੀਂ ਚਾਹੁੰਦੇ ਨਹੀਂ ਸੀਗੇ ਕਿ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਕਾਰਵਾਈ ਹੋਵੇ? ਉਸ ਐਕਟ ਨੂੰ ਕਿਵੇਂ ਦੇਖਦੇ ਹੋ? ਉਦੋਂ ਕੀ ਮਹਿਸੂਸ ਹੁੰਦਾ? ਦੇਖੋ, ਮੈਂ ਇੱਕ ਗੱਲ ਕਹਾਂਗਾ, ਮੈਂ ਫੇਰ ਵਾਰ-ਵਾਰ ਕਹਿਣਾ ਕਿ ਉਹ ਜਿਹੜੀ ਗੱਲ ਮੇਰੇ ਤੋਂ ਵੱਡੀ ਆ, ਮੈਂ ਤਾਂ ਉਹ 'ਚ ਜ਼ਿਆਦਾ ਸਟੇਟਮੈਂਟ ਨਹੀਂ ਦੇ ਰਿਹਾ। ਮੈਂ ਆਪਣੀ ਗੱਲ ਜ਼ਰੂਰ ਕਰਾਂਗਾ ਕਿ ਸਾਡੇ ਅੱਗੇ ਇਹ ਸਿਚੁਏਸ਼ਨ ਆਈਆਂ ਤੇ ਅਸੀਂ ਕੀ ਕੀਤਾ। ਜਾਂ ਵੇਖੋ, ਤੁਸੀਂ ਅੰਮ੍ਰਿਤਧਾਰੀ ਹੋ ਤੇ ਅੰਮ੍ਰਿਤਧਾਰੀ ਪੁਲਿਸ ਵਾਲੇ ਵੀ ਸੀ, ਅੰਮ੍ਰਿਤਧਾਰੀ ਟਾਊਟ ਵੀ ਸਨ। ਉਹ ਬੰਦਿਆਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਘਰ ਰੱਖਿਆ ਸੀਗਾ, ਉਹਨਾਂ ਨੇ ਵੀ ਫੇਕ ਐਨਕਾਊਂਟਰ ਕੀਤੇ ਨੇ, ਔਰ ਮੇਰੇ ਕੋਲ ਇਸ ਗੱਲ ਦੇ ਪ੍ਰੂਫ ਨੇ। ਜਦੋਂ ਕਹੋ ਮੈਂ ਚੈਨਲ ਤੇ ਡਿਬੇਟ ਕਰਨ ਲਈ ਤਿਆਰ ਹਾਂ। ਮਸਲਾ ਇੱਥੇ ਇਹ ਨਹੀਂ ਵੀ ਅੰਮ੍ਰਿਤਧਾਰੀ ਕੋਈ ਹੈ, ਗੱਲ ਤਾਂ ਉਸ ਸੋਚ ਦੀ ਆ ਕਿ ਬੰਦਾ ਸੋਚ ਕੀ ਰਿਹਾ ਆ। ਜੇ ਇੱਕ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਕੁਝ ਬੰਦੇ ਘਰਾਂ 'ਚੋਂ ਬਾਗੀ ਹੋਏ ਨੇ, ਤਾਂ ਉਹਨਾਂ ਬਾਗੀਆਂ ਨੂੰ ਜੱਫੇ ਮਾਰ ਕੇ ਤੁਸੀਂ ਸਟੇਟ ਦੇ ਹਵਾਲੇ ਕਰਦੇ ਹੋ, ਤਾਂ ਫਿਰ ਤੁਹਾਨੂੰ ਕਿਵੇਂ ਬਖਸ਼ਿਆ ਜਾ ਸਕਦਾ ਹੈ? ਤੁਸੀਂ ਉਸ ਮਸ਼ੀਨਰੀ ਦੇ ਹੱਥ ਠੋਕੇ ਨਹੀਂ, ਤੁਸੀਂ ਸੰਦ ਨਹੀਂ ਉਸ ਰਾਜ ਦੇ। ਇਸ ਕਰਕੇ ਜਾਂ ਤਾਂ ਤੁਸੀਂ ਉੱਥੇ ਫਿਰ ਫੜੇ ਜਾਓ ਤੇ ਗਨ ਆਪਣੀ ਸੁੱਟ ਦਿਓ ਤੇ ਉੱਥੇ ਰੈਸਟ ਹੋ ਜਾਓ, ਤਾਂ ਇਹ ਕਹੋ ਕਿ ਅੰਮ੍ਰਿਤਧਾਰੀ ਬੰਦੇ ਨੇ ਮੈਨੂੰ ਜੱਫਾ ਮਾਰ ਲਿਆ। ਅੰਮ੍ਰਿਤਧਾਰੀ ਨੂੰ ਨਹੀਂ ਇਸ ਗੱਲ ਦਾ ਪਤਾ ਵੀ ਮੈਂ ਬਾਗੀ ਨੂੰ ਜੱਫਾ ਪਾਉਣ ਡਿਆ। ਅੰਮ੍ਰਿਤਧਾਰੀ ਨੂੰ ਵੀ ਸੋਚਣਾ ਚਾਹੀਦਾ ਕਿ ਸਟੇਟ ਦੇ ਜਿਹੜੇ ਅਸੀਂ ਪੁਰਜੇ ਹਾਂ, ਅਸੀਂ ਸਟੇਟ ਦੀ ਮਦਦ ਕਰ ਰਹੇ ਹਾਂ, ਤਾਂ ਉਹਨਾਂ ਨਾਲ ਫਿਰ ਇਹ ਬਾਗੀ ਨਹੀਂ ਇਹ ਗੱਲ ਸੋਚਦਾ ਵੀ ਮੈਨੂੰ ਕੋਈ ਜੱਫਾ ਪਾਵੇ ਮਗਰੋਂ ਆ ਕੇ। ਫਿਰ ਇਹਦਾ ਮਤਲਬ ਇਹ ਆ ਕਿ ਉਹ ਬੰਦਾ ਜਿਹੜਾ ਆ ਉਹ ਸਟੇਟ ਦੀ ਮਸ਼ੀਨਰੀ ਦਾ ਇੱਕ ਵੱਡਾ ਪੁਰਜਾ ਹੈ ਤੇ ਉਹ ਸਮਝਦਾ ਵੀ ਇਹ ਅੱਤਵਾਦੀ ਨੇ ਤਾਂ ਹੀ ਜੱਫਾ ਮਾਰ ਦੇਣ। ਆਖਰੀ ਸਵਾਲ ਹੈ ਮੇਰਾ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਮਾਨ ਸਾਹਿਬ ਦੀ ਇਹ ਸਟੇਟਮੈਂਟ ਸੀ ਕਿ ਅਰੂੜ ਸਿੰਘ ਹੋਣਾ ਨੇ ਸਰੋਪਾ ਇਸ ਕਰਕੇ ਦਿੱਤਾ ਕਿ ਉਹ ਸ਼ਾਂਤ ਕਰਨਾ ਚਾਹੁੰਦੇ ਸੀ, ਤੇ ਜੇ ਇੰਦਰਾ ਗਾਂਧੀ ਨੂੰ ਸਰੋਪਾ ਦੇ ਦਿੱਤਾ ਜਾਂਦਾ ਅਕਾਲ ਤਖਤ ਸਾਹਿਬ ਤੇ ਤਾਂ ਸ਼ਾਇਦ ਕਦੇ 84 ਨਾ ਵਾਪਰਦਾ?
ਅਸਲ 'ਚ ਇਸ ਗੱਲ ਨੂੰ ਨਾ ਬਹੁਤ ਹੁਣ ਮੈਂ ਤੁਹਾਨੂੰ ਦੱਸਾਂ ਵੀ ਮਾਨ ਸਾਹਿਬ ਵੀ ਖੋਲ੍ਹ ਕੇ ਦੱਸ ਸਕਦੇ ਨੇ ਕਿ ਉਹਨਾਂ ਦੀ ਮਨਸ਼ਾ ਕੀ ਸੀ। ਜੋ ਮੈਨੂੰ ਲੱਗਦਾ ਇਸ ਬਿਆਨ ਦੇ ਵਿੱਚ ਉਹ ਇੰਜ ਹੈ ਕਿ ਇਹਦੇ ਵਿੱਚ ਅਕਾਲੀ ਲੀਡਰਾਂ ਦੀ ਬੜੀ ਵੱਡੀ ਭੂਮਿਕਾ ਰਹੀ ਆ। ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਆ ਕਿ ਉਹਨਾਂ ਨੇ ਕਿਵੇਂ ਸੰਤਾਂ ਨੂੰ ਉੱਥੇ ਪੇਸ਼ ਕੀਤਾ ਖਲਨਾਇਕ ਦੇ ਰੂਪ ਵਿੱਚ, ਕਿਵੇਂ ਉਹਨਾਂ ਨੇ ਕਿਹਾ ਵੀ ਦਰਬਾਰ ਸਾਹਿਬ ਤੇ ਹਮਲਾ ਹੀ ਇੱਕੋ ਇੱਕ ਰਾਹ ਆ। ਇਹ ਸਾਰੀਆਂ ਰਿਪੋਰਟਾਂ ਕੁਝ ਅਕਾਲੀ ਲੀਡਰਾਂ ਨੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵੀ ਦਾਅ 'ਤੇ ਲਾਉਣੀ ਪਈ, ਚਾਹੇ ਹਰਚੰਦ ਸਿੰਘ ਲੌਂਗੋਵਾਲ ਜਾਂ ਜਿੰਨੇ ਵੀ ਉਸ ਸਮੇਂ ਦੇ ਸੀਗੇ, ਤਾਂ ਉਸ ਸੰਦਰਭ ਦੀ ਉਹ ਗੱਲ ਕਰ ਰਹੇ ਨੇ ਕਿ ਜੇ ਇਹ ਚਾਹੁੰਦੇ ਤਾਂ ਇਹ ਉਹਨੂੰ ਰੋਕ ਸਕਦੇ ਸੀ, ਪਰ ਉਹਨਾਂ ਨੇ ਕਹਿ ਦਿੱਤਾ ਵੀ ਠੰਡਾ ਕਰ ਸਕਦੀ ਜਾਂ ਉਹਨਾਂ ਦੀ ਆਪਣੀ ਭਾਸ਼ਾ ਆ। ਪਰ ਮੈਨੂੰ ਲੱਗਦਾ ਵੀ ਉਸੇ ਸੰਦਰਭ 'ਚ ਉਹਨਾਂ ਨੇ ਗੱਲ ਕੀਤੀ ਆ। ਬਾਕੀ ਮਾਨ ਸਾਹਿਬ ਇਹਦਾ ਜਵਾਬ ਬਿਹਤਰ ਦੇ ਸਕਦੇ ਨੇ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਸਾਨੂੰ ਜੀ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ, ਇਜਾਜ਼ਤ ਦਿਓ। ਧੰਨਵਾਦ।